ਸਾਡੇ ਸੀਐਮ ਸਾਹਿਬ ਆਪਦੇ ਪਤਾ ਨਹੀਂ ਕਿਹੜੇ ਲਾਈਫ ਸਟਾਈਲ 'ਚ ਬਿਜ਼ੀ ਨੇ। ਉਂਝ ਉਹ ਵੈਸੇ ਐਕਸ ਆਰਮੀ ਠੀਕ ਹੈ ਨਾ ਆਫਿਸਰ ਨੇ, ਅਤੇ ਜਦੋਂ ਉਹ ਡਿਫੈਂਸ ਐਨਾਲਿਸਟ ਦੇ ਨਾਲ ਇਸ ਤਰੀਕੇ ਦੇ ਤਾਲੁਕਾਤਾਂ 'ਚ ਨੇ, ਅਤੇ ਉਹਨਾਂ ਦੀ ਪਰਸਨਲ ਲਾਈਫ ਕਿਉਂਕਿ ਉਹ ਸਾਨੂੰ ਇਫੈਕਟ ਕਰ ਰਹੀ ਹੈ। ਜਿਸ ਵੇਲੇ ਲੋਕ ਕਰੋਨਾ ਦੇ ਨਾਲ ਮਰ ਰਹੇ ਨੇ, ਲੋਕਡਾਊਨ ਹੈ, ਉਹ ਕੋਈ ਚੀਕੂ ਅਤੇ ਸੀਤਾਫਲ ਅਰੇਂਜ ਕਰਨ ਦੇ ਵਿੱਚ ਬਿਜ਼ੀ ਨੇ। ਕਿਤੇ ਉਹਨਾਂ ਨੇ ਘਰ ਘਰ ਨੌਕਰੀ ਕਰਨੀ ਸੀ, ਗੁਟਕਾ ਸਾਹਿਬ ਦੀ ਉਹਨਾਂ ਨੇ ਝੂਠੀ ਸਹੁੰ ਵੀ ਖਾਧੀ ਹੈ। ਉਸ ਵੇਲੇ ਜਿਹੜੇ ਲੋਕ ਬੜੀ ਹਾਮੀ ਭਰਦੇ ਹੋਣ ਬਰਗਾੜੀ ਦੀ ਮੂਵਮੈਂਟ ਬਾਰੇ ਵੀ ਆਹ ਕੁਛ ਹੋਇਆ ਜੀ, ਗਲਤ ਹੋਇਆ, ਅਤੇ ਅੱਜ ਉਹੀ ਲੋਕ ਸਟਾਂਸ ਬਦਲ ਜਾਣ। ਹਰ ਚੀਜ਼ ਨੂੰ ਪੋਲੀਟੀਸਾਈਜ਼ ਕਰਨਾ ਹੀ ਸਾਡਾ ਇੱਥੇ ਬਸ ਇਹ ਸੱਤਾ ਕਿਸ ਤਰੀਕੇ ਨਾਲ ਆ ਸਕਦੀ ਹੈ। ਮਤਲਬ ਹੁਣ ਕੋਈ ਪਾਰਟੀ ਕਿਸੇ ਪਾਰਟੀ ਨਾਲ ਕਿਸੇ ਸਟੇਟ ਦੇ ਵਿੱਚ ਅਲਾਇੰਸ 'ਚ ਹੈ, ਅਤੇ ਪੰਜਾਬ ਦੇ ਵਿੱਚ ਕੋਈ ਹੋਰ ਇੱਕ ਨਵੀਂ ਅਲਾਇੰਸ ਬਣ ਰਹੀ ਹੈ, ਅਤੇ ਹਰ ਚੀਜ਼ ਦੇ ਵਿੱਚ ਬੇਸਿਕਲੀ ਓਪਰਚੁਨਿਟੀਜ਼ਮ ਹੈ ਜਿਹੜਾ ਇੱਥੇ ਭਾਲਿਆ ਜਾ ਰਿਹਾ। ਮੈਂ ਕਿਸੇ ਇੱਕ ਪਾਰਟੀ ਨੂੰ ਟਾਰਗੇਟ ਨਹੀਂ ਕਰਦਾ। ਤੁਸੀਂ ਗੱਲ ਕਰ ਰਹੇ ਹੋ ਭਗਤ ਸਿੰਘ ਦੀ, ਤੁਸੀਂ ਉਹ ਵਾਲਾ ਰੰਗ ਬੰਨ੍ਹ ਲਿਆ, ਸ਼ਰਾਬ ਤੁਹਾਡੇ ਤੋਂ ਤੁਹਾਡੀ ਛੁੱਟਦੀ ਨਹੀਂ, ਤੁਸੀਂ ਸ਼ਰਾਬ ਪੀ ਕੇ ਟੁੰਨ ਹੋਏ ਹੁੰਦੇ ਹੋ ਕਿਤੇ। ਇਟਸ ਅਬਾਊਟ ਕਰੈਕਟਰ। ਹੁਣ ਲੇਟੈਸਟ ਐਗਜ਼ਾਮਪਲ ਲੈ ਲੈਂਦੇ ਹਾਂ ਸੁਖਪਾਲ ਸਿੰਘ ਖਹਿਰਾ ਦੀ ਹੋਈ, ਅਤੇ ਜਿੰਨਾ ਕੁ ਵੀ ਦਰਦ ਗਾਇਆ ਹੁਣ ਇਨ ਸੇਮ ਪਾਰਟੀ, ਅਤੇ ਉਹ ਗੱਲ ਉਹੀ ਆ ਗਈ ਐਗਜ਼ਿਸਟੈਂਸ਼ੀਅਲਿਜ਼ਮ 'ਤੇ, ਸਰਵਾਈਵਲ 'ਤੇ, ਕਰਜ਼ੇਈ 'ਤੇ। ਬਟ ਉਹ ਚੀਜ਼ ਹੈ ਵੀ ਤੁਸੀਂ ਲੋਕਾਂ ਦੇ ਵਿੱਚ ਇੰਨੀ ਉਮੀਦ ਜਗਾ ਰਹੇ ਹੋ, ਤੁਸੀਂ ਦੁਬਾਰਾ ਉੱਥੇ ਜਾ ਰਹੇ ਹੋ, ਲੋਕ ਨਿਰਾਸ਼ ਹੁੰਦੇ ਆ। ਲੋਕ ਇੱਥੇ ਇੱਕ ਸਟੈਂਡ ਲੈਣ ਵਾਲਾ ਬੰਦਾ ਹੋਣਾ ਚਾਹੀਦਾ, ਜਿਹਦਾ ਇੱਕ ਸਟੈਂਡ ਹੋਣਾ ਚਾਹੀਦਾ, ਇੱਕ ਕਿਰਦਾਰ ਹੋਣਾ ਚਾਹੀਦਾ। ਅਤੇ ਉਸ ਤੋਂ ਬਾਅਦ ਉਹ ਫਿਰ ਯੂਰਪ ਦੀਆਂ ਤੁਸੀਂ ਐਗਜ਼ਾਮਪਲਸ ਲੈ ਸਕਦੇ ਹੋ, ਚੱਕ ਕੇ ਡਸਟਬਿਨ 'ਚ ਸਿੱਟ ਦਿੰਦੇ ਇਹੋ ਜਿਹੇ ਪੋਲੀਟੀਸ਼ੀਅਨਸ ਨੂੰ, ਅਤੇ ਉਹਨਾਂ ਨੂੰ ਇੱਥੇ ਵੀ ਡਸਟਬਿਨ 'ਚ ਹੀ ਸਿੱਟਣਾ ਚਾਹੀਦਾ। ਜਿਹੜਾ ਬੰਦਾ ਥੁੱਕ ਕੇ ਚੱਟ ਰਿਹਾ, ਜਿਹੜਾ ਬੰਦਾ ਲੋਕਾਂ ਦੇ ਕਾਮਨ ਸੈਂਟੀਮੈਂਟ ਦੇ ਨਾਲ ਪਲੇ ਕਰ ਰਿਹਾ, ਉਸ ਬੰਦੇ ਨੂੰ ਚੱਕ ਕੇ ਡਸਟਬਿਨ 'ਚ ਸਿੱਟ ਦਿਓ, ਕਿਉਂਕਿ ਡੈਮੋਕ੍ਰੇਸੀ ਇਜ਼ ਅ ਟੈਂਪਲ। ਪਰ ਪ੍ਰੋਬਲਮ ਇਹ ਹੈ ਨਾ, ਜੇ ਪੀਸਫੁਲ ਸਟੇਟ ਆ ਗਈ ਤਾਂ ਪੋਲੀਟੀਕਲ ਬਿਜ਼ਨਸ ਕਿਵੇਂ ਚੱਲੇ। ਜਿਨ੍ਹਾਂ ਨੇ ਬੜੀਆਂ ਸੋਹਣੀਆਂ ਲਾਈਨਾਂ ਲਿਖੀਆਂ ਸੀਗੀਆਂ, ਮੈਂ ਉਹਨਾਂ ਸ਼ਖਸੀਅਤਾਂ ਤੋਂ ਵੀ ਡਿਸਅਪੁਆਇੰਟਡ ਹਾਂ। ਹੁਣ ਆਪਾਂ ਬੜੀ ਸੋਹਣੀ ਲਾਈਨ ਪੜ੍ਹਦੇ ਹਾਂ, ਜੇ ਖੁੱਬੀ ਤੇਰੇ ਕਾਲਜੇ ਸ਼ੂਰੀ ਨਹੀਂ ਹੈ ਤਾਂ ਇਹ ਨਾ ਸੋਚ ਸ਼ਹਿਰ ਦੀ ਹਾਲਤ ਬੁਰੀ ਨਹੀਂ ਹੈ। ਇਹ ਥੋੜ੍ਹੀ ਇੱਕ ਵਾਰੀ ਲਿਖ ਕੇ ਕਿਤੇ ਲਾਤੀ। ਰਾਈਟਰ ਦਾ ਕਿਰਦਾਰ ਹੁੰਦਾ ਆ ਕੇ ਅੱਗੇ ਬੋਲੇ। ਤੁਹਾਨੂੰ ਲੱਗੇਗਾ ਕਿ ਹਰ ਕਿਸੇ ਨੂੰ ਕ੍ਰਿਟੀਸਾਈਜ਼ ਕੀਤਾ ਜਾ ਰਿਹਾ, ਨਹੀਂ, ਇਹ ਕ੍ਰਿਟੀਸਿਜ਼ਮ ਨਹੀਂ ਹੈ, ਇਹ ਉਮੀਦ ਦਾ ਹੋਕਾ ਆ ਕਿ ਹਾਲੇ ਵੀ ਜੇ ਕਿਤੇ ਮੇਰੇ ਵਾਂਗ ਗੁੰਮਸੁੰਮ ਬੈਠੇ ਹੋ, ਕੋਈ ਵੀ ਬੈਠਾ, ਤੇ ਆ ਕੇ ਇਸ ਵੇਲੇ ਇਕੱਠੇ ਹੋਣ ਦਾ। ਬਹੁਤ ਦਲੇਰ ਹੁੰਦੇ ਨੇ ਉਹ ਲੋਕ, ਜੋ ਲੋਕ ਮੁੱਕ ਗਿਆ ਦੇ, ਮੁੱਕ ਜਾਣ 'ਤੇ ਮੁੱਕ ਕੇ ਵੀ ਮੁੱਕਦੇ ਨਹੀਂ, ਕਿਉਂ ਜੋ ਉਹਨਾਂ ਨੇ ਹਲੇ ਜ਼ਿੰਦਗੀ ਦੀਆਂ ਵਧੀਕੀਆਂ ਦੇ ਨਾਲ ਖਹਿਣਾ ਹੁੰਦਾ। ਉਹ ਜਿਹੜੇ ਮੁੱਕਦੇ ਮੁੱਕਦੇ ਧੜਕਦੇ ਸਾਹ ਛੱਡ ਗਏ ਹਨ, ਉਹ ਜਿਹੜੇ ਮੁੱਕਦੇ ਮੁੱਕਦੇ ਤੜਫਦੇ ਸਾਹ ਛੱਡ ਗਏ ਹਨ, ਉਹਨਾਂ ਨੇ ਉਹਨਾਂ ਛੱਡੇ ਹੋਏ ਸਾਹਾਂ 'ਚੋਂ ਹਲੇ ਬਹੁਤ ਸਾਹ ਲੈਣਾ ਹੁੰਦਾ। ਬਹੁਤ ਦਲੇਰ ਹੁੰਦੇ ਨੇ ਉਹ ਲੋਕ। ਡੂੰਘੇ ਵੈਣਾ ਦਾ ਕੀ ਮਿਣਨਾ ਤਖਤ ਦੇ ਪਾਵੇ ਮਿਣੀਏ, ਜਦ ਤੱਕ ਉਹ ਲਾਸ਼ਾਂ ਗਿਣਦੇ ਆਪਾਂ ਵੋਟਾਂ ਗਿਣੀਏ। ਦੇਸ਼ ਦਾ ਹਾਲਾਤ ਚੰਗਾ ਨਹੀਂ। ਦੇਸ਼ ਦੇ ਵਿੱਚ ਜੋ ਕੁਝ ਹੋ ਰਿਹਾ ਹੈ ਤੁਹਾਡੇ ਸਭ ਸਾਹਮਣੇ। ਲਾਸ਼ਾਂ ਉੱਤੇ ਸਿਆਸਤ ਦਾ ਦੌਰ ਚੱਲ ਰਿਹਾ ਹੈ। ਕੀ ਇਹ ਦੌਰ ਇੰਝ ਹੀ ਜਾਰੀ ਰਹੇਗਾ? ਕੀ ਲੋਕਾਂ ਦੀ ਬਾਂਹ ਫੜਨ ਵਾਲਾ ਕੋਈ ਨਹੀਂ? ਨੌਜਵਾਨਾਂ 'ਚ ਖਾਸ ਇਹਨੂੰ ਲੈ ਕੇ ਚਰਚਾ ਵੀ ਹੈ ਅਤੇ ਡਰ ਵਾਲਾ ਮਾਹੌਲ ਵੀ। ਬਹੁਤ ਕੁਝ ਸੋਚਦੇ ਨੇ ਕਿ ਆਖਰ ਜਾ ਕਿੱਧਰ ਨੂੰ ਰਹੇ ਹਾਂ। ਸਾਡੇ ਨਾਲ ਗੁਰਮੋਹਨ ਪ੍ਰੀਤ ਨੇ। ਗੁਰਮੋਹਨ ਹੋਣਾ ਨਾਲ ਕਿਸਾਨੀ ਮੋਰਚੇ ਤੋਂ ਅਸੀਂ ਲਗਾਤਾਰ ਜੁੜੇ ਹੋਏ। ਗੁਰਮੋਹਨ ਜੀ, ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ, ਅੱਖਰ 'ਤੇ ਸਵਾਗਤ ਤੁਹਾਡਾ। ਧੰਨਵਾਦ ਜੀ। ਸਵਾਲ ਉਹੀ, ਜਿਸ ਤਰੀਕੇ ਲਾਸ਼ਾਂ 'ਤੇ ਸਿਆਸਤ ਹੋ ਰਹੀ, ਕੀ ਇਹ ਦੌਰ ਇੰਝ ਹੀ ਜਾਰੀ ਰਹੇਗਾ? ਕਿਉਂਕਿ ਜਦੋਂ ਕਈ ਵਾਰ ਸੋਚਦੇ ਹਾਂ ਕਿ ਸਾਡੇ ਚਗਿਰਦੇ 'ਚ ਹੋ ਕੀ ਰਿਹਾ ਹੈ, ਭੈਭੀਤ ਹੋ ਜਾਂਦੇ ਹਾਂ। ਇੱਕ ਚਿੰਤਾ ਜੀ ਸਤਾਉਂਦੀ ਰਹਿੰਦੀ, ਤੁਹਾਨੂੰ ਵੀ ਸਤਾਉਂਦੀ? ਹਾਂਜੀ, ਇਹ ਚਿੰਤਾ ਇੱਕ ਦਰਦ ਦੇ ਰਹੀ ਆ। ਚਿੰਤਾ ਤੋਂ ਆਪਾਂ ਅੱਗੇ ਟੱਪ ਚੁੱਕੇ ਹਾਂ। ਕੁਛ ਦਰਦ ਇਹੋ ਜਿਹੇ ਨੇ, ਦੇਰ ਆਰ ਸਮ ਵੋਇਡਸ ਵਿਚ ਕੈਨ ਨੈਵਰ ਬੀ ਫਿਲਡ, ਕਿਉਂਕਿ ਬਹੁਤ ਕੁਛ ਇੱਦਾਂ ਦਾ ਹੋ ਚੁੱਕਿਆ। ਬਹੁਤ ਨੇੜੇ ਦੇ ਬੰਦੇ ਆ ਜਿਨ੍ਹਾਂ ਦੇ ਅੱਗੋਂ ਜਿਨ੍ਹਾਂ ਨਾਲ ਸਾਹ ਮਾਣਦੇ ਹਾਂ ਅਸੀਂ, ਜਿਹੜੇ ਰਿਸ਼ਤੇ ਹੁੰਦੇ ਆ, ਜਿੰਦੇ ਨਹੀਂ ਰਹੇ ਉਹ। ਅਤੇ ਉਹ ਕੋਵਿਡ ਦੇ ਦੌਰ ਕਰਕੇ ਲਾ ਲਓ, ਜਾਂ ਉਹ ਕਿਸਾਨੀ ਮੋਰਚੇ ਦੇ ਵਿੱਚ ਤੁਸੀਂ ਕਹਿ ਸਕਦੇ ਹੋ 500 ਤੋਂ ਵੱਧ ਜਿਹੜੇ ਲੋਕ ਨੇ ਉਹ ਸ਼ਹੀਦ ਹੋ ਚੁੱਕੇ ਆ। ਅਤੇ ਔਰ ਇੰਨਾ ਇੱਕ ਨੈਗਲੀਜੈਂਟ ਜਿਹੜਾ ਐਟੀਟਿਊਡ ਆ, ਮਤਲਬ ਬਸ ਆਪਦੀ ਸਿਰਫ ਵੋਟ ਬੈਂਕ ਪੋਲੀਟਿਕਸ ਦੀ ਪਈ ਹੋਈ ਆ। ਜਿਹੜਾ ਵੇਲਾ ਕੰਟਰੋਲ ਕਰਨ ਦਾ ਸੀਗਾ
ਮਤਲਬ ਉਸ ਵੇਲੇ ਸਿਰਫ ਔਰ ਸਿਰਫ ਇਲੈਕਸ਼ਨ ਮੈਨੀਪੂਲੇਸ਼ਨਸ ਚੱਲ ਰਹੀਆਂ ਸੀ ਕਿ ਕਿਵੇਂ ਸੱਤਾ ਦੇ ਵਿੱਚ ਆਇਆ ਜਾ ਸਕਦਾ। ਤੇ ਜਦੋਂ ਪਾਣੀ ਸਿਰੋਂ ਟੱਪ ਗਿਆ ਤੇ ਉਦੋਂ ਸੈਕੰਡ ਵੇਵ ਦਾ ਵੀ ਪਤਾ ਲੱਗ ਗਿਆ, ਥਰਡ ਦਾ ਵੀ ਪਤਾ ਲੱਗ ਗਿਆ। ਉਹ ਤੋਂ ਪਹਿਲਾਂ ਮਤਲਬ ਸੁੱਤੇ ਪਏ ਸੀ ਤੇ ਉਹ ਚੀਜ਼ਾਂ ਬਹੁਤ ਦਰਦ ਦੇ ਰਹੀਆਂ। ਤੇ ਅਕਸਰ ਆਪਾਂ ਦੇਖ ਰਹੇ ਹਾਂ ਕਿ ਹੁਣ ਤੁਸੀਂ ਦੇਖ ਸਕਦੇ ਹੋ ਕਿ ਯੂਪੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜੀਆਂ ਆਪਾਂ ਨੂੰ ਮਿਲ ਰਹੀਆਂ ਨੇ ਉੱਥੇ ਲਾਸ਼ਾਂ, ਕਿ ਉਹਨਾਂ ਨੂੰ ਕਿਸੇ ਤਰੀਕੇ ਨਾਲ ਵੀ ਡੰਪ ਕੀਤਾ ਜਾ ਰਿਹਾ, ਜਿਵੇਂ ਕਦੇ ਉਹ ਬੰਦੇ ਜਿੰਦੇ ਹੀ ਨਾ ਰਹੇ ਹੋਣ, ਜਿਵੇਂ ਬਸ ਉਹ ਕੁਛ ਇੱਦਾਂ ਹੀ ਹੋਵੇ, ਕੀੜਾ ਮਕੌੜਾ ਹੀ ਹੋਵੇ ਕੋਈ। ਤੇ ਉਹ ਚੀਜ਼ ਦਰਦ ਦਿੰਦੀ ਆ ਬਹੁਤ। ਤੁਸੀਂ ਸ਼ਬਦ ਵਰਤਿਆ ਕੀੜਾ ਮਕੌੜਾ। ਸਾਡਾ ਇੱਕ ਸਾਥੀ ਸਾਨੂੰ ਛੱਡ ਗਿਆ ਪਿਛਲੇ ਦਿਨਾਂ 'ਚ, ਉਹਨੂੰ ਲੈ ਕੇ ਅਸੀਂ ਬਹੁਤ ਹਸਪਤਾਲਾਂ 'ਚ ਗਏ, ਖਾਸ ਕਰ ਸਰਕਾਰੀ ਹਸਪਤਾਲਾਂ ਦਾ ਜਿਹੜਾ ਤਜਰਬਾ ਰਿਹਾ ਉੱਥੇ ਐਂ ਹੀ ਮਤਲਬ ਲੋਕਾਂ ਨਾਲ ਵਤੀਰਾ ਹੋ ਰਿਹਾ ਸੀਗਾ ਜਿਵੇਂ ਆਮ ਲੋਕ ਕੀੜੇ ਮਕੌੜਿਆਂ ਵਾਂਗ ਹੋਣ, ਜਾਨ ਦੀ ਕਿਸੇ ਨੂੰ ਕੋਈ ਪਰਵਾਹ ਨਾ ਹੋਵੇ। ਤੁਸੀਂ ਦੇਖੋ ਹਰ ਚੀਜ਼ ਦੇ ਵਿੱਚ ਲੋਕਾਂ ਨੂੰ ਕੀੜਾ ਮਕੌੜਾ ਮੰਨ ਕੇ ਟਰੀਟ ਕੀਤਾ ਜਾ ਰਿਹਾ। ਈਵਨ ਐਡੀ ਹੈਰਾਨੀ ਹੁੰਦੀ ਹੈ ਵੀ ਜਿਹੜੀਆਂ ਐਜੂਕੇਸ਼ਨਲ ਇੰਸਟੀਟਿਊਸ਼ਨਸ ਨੇ ਇਸ ਵੇਲੇ, ਹੁਣ ਤੁਸੀਂ ਦੇਖ ਸਕਦੇ ਹੋ ਆਲੇ ਦੁਆਲੇ, ਆਈ ਬਿਲੋਂਗ ਟੂ ਦਿਸ ਰਿਮੋਟ ਏਰੀਆ, ਅਤੇ ਕਈ ਵਾਰ ਅਸੀਂ ਔਨਲਾਈਨ ਐਜੂਕੇਸ਼ਨ ਚੱਲ ਰਹੀ ਆ, ਅਸੀਂ ਐਡੀ ਫੀਸ ਭਰ ਰਹੇ ਹਾਂ ਬਟ ਅਸੀਂ ਉਹ ਐਜੂਕੇਸ਼ਨ ਅਵੇਲ ਨਹੀਂ ਕਰ ਪਾ ਰਹੇ। ਔਨਲਾਈਨ ਐਜੂਕੇਸ਼ਨ ਆਪਾਂ ਨੂੰ ਪਤਾ ਇੱਕ ਤਰੀਕੇ ਨਾਲ ਨਹੀਂ ਹੋ ਪਾ ਰਹੀ ਜਿਸ ਤਰੀਕੇ ਨਾਲ ਬਣਨੀ ਚਾਹੀਦੀ ਆ ਉਹ, ਕਿਉਂਕਿ ਕਈ ਆਪਾਂ ਦੇਖ ਸਕਦੇ ਹਾਂ ਜਿਵੇਂ ਕੋਰਸਿਸ ਅਵੇਲੇਬਲ ਨੇ, ਉਹ ਲੈਕਚਰਸ ਜੇ ਦਿੰਦੇ ਆ ਅਤੇ ਤੁਹਾਨੂੰ ਜੋ ਤੁਸੀਂ ਪੇ ਕੀਤਾ ਹੁੰਦਾ, ਪਰ ਇੱਥੇ ਕੀ ਹੁੰਦਾ ਲੈਕਚਰ ਨਹੀਂ ਲਾ ਪਾਉਂਦੇ ਅਤੇ ਫੋਨ ਦੇ ਥਰੂ ਤੁਸੀਂ ਦੇਖ ਹੀ ਸਕਦੇ ਹੋ। ਅਤੇ ਉੱਥੇ ਇਸ ਦਰਦ ਦੇ ਵਿੱਚ ਪ੍ਰੋਫੈਸਰਸ ਕ੍ਰਾਈਟੇਰੀਆ ਸੈੱਟ ਕਰ ਰਹੇ ਨੇ ਕੁਛ, ਕਿਉਂਕਿ ਉਹਨਾਂ ਨੂੰ ਪਿੱਛੋਂ ਅਥਾਰਟੀਜ਼ ਜਿਹੜੀਆਂ ਨੇ ਉਹ ਕਹਿ ਰਹੀਆਂ ਨੇ ਕਿ ਆ ਇਸ ਟਾਈਮ 'ਤੇ ਹੋਣਾ ਚਾਹੀਦਾ, ਆ ਇਸ ਟਾਈਮ 'ਤੇ ਹੋਣਾ ਚਾਹੀਦਾ ਆ। ਤੂੰ ਹਰ ਪੱਖੋਂ ਠੱਗਿਆ ਹੋਇਆ ਮਹਿਸੂਸ ਕਰ ਰਿਹਾ। ਜਿਹੜੇ ਜ਼ਿੰਦਾ ਨਹੀਂ ਰਹੇ ਉਹ ਤਾਂ ਤੁਸੀਂ ਕਹਿ ਹੀ ਸਕਦੇ ਹੋ ਨਾ ਕਿ ਉਸ ਤੋਂ ਵੱਡਾ ਦਿਖਾਂਤ ਕੋਈ ਨਹੀਂ। ਜਿਹੜੇ ਪਿੱਛੇ ਜ਼ਿੰਦਾ ਰਹਿ ਵੀ ਗਏ ਨੇ ਉਹਨਾਂ ਕੋਲ ਸਿਵਾਏ ਫਰਸਟ੍ਰੇਸ਼ਨਸ ਦੇ ਹੋਰ ਇੱਥੇ ਕੁਛ ਵੀ ਨਹੀਂ ਬਚਿਆ, ਕਿਉਂਕਿ ਐਜੂਕੇਸ਼ਨ ਹੁੰਦੀ ਹੈ ਜਿਹਦੇ ਥਰੂ ਅਸੀਂ ਆਪਣੇ ਆਪ ਨੂੰ ਐਨਲਾਈਟਨ ਕਰਦੇ ਹਾਂ। ਹਰ ਥਾਂ ਦੇ ਉੱਤੇ ਦੇਖੋ ਐਜੂਕੇਸ਼ਨ ਕੀ ਬਣ ਕੇ ਰਹਿ ਗਈ ਹੈ ਇਸ ਵੇਲੇ। ਜੇ ਐਡੀ ਪਾਪੂਲੇਸ਼ਨ ਹੈ, ਐਡੀ ਤੁਸੀਂ ਨਿਊ ਐਜੂਕੇਸ਼ਨ ਪਾਲਿਸੀ ਬਣਾ ਰਹੇ ਹੋ, ਬੇਸਿਕਲੀ ਪਿਛਲੇ ਸਾਲ ਹੀ ਐਜੂਕੇਸ਼ਨ ਪਾਲਿਸੀ ਆਈ ਹੈ ਨਾ ਜਿਹਦੇ ਵਿੱਚ ਤੁਸੀਂ ਇੰਨਾ ਡਰਾਸਟਿਕ ਚੇਂਜ ਲਿਆਉਂਦਾ ਵੀ ਆ 5 ਸਾਲ ਦਾ ਸਿਸਟਮ ਹੈ ਜੀ, ਆ ਇਸ ਤਰੀਕੇ ਨਾਲ ਹੋਊਗੀ ਵਰਨੈਕੂਲਰ ਐਜੂਕੇਸ਼ਨ। ਅਤੇ ਹੁਣ ਦੇਖਿਆ ਜਾਵੇ ਉਹ ਤੁਸੀਂ ਸਕਿੱਲ ਐਜੂਕੇਸ਼ਨ ਜਿਹੜੀ ਪ੍ਰੈਕਟੀਕਲ ਹੈ, ਫੀਲਡ ਵਰਕ ਹੈ, ਤੁਸੀਂ ਕਿਵੇਂ ਪ੍ਰੋਵਾਈਡ ਕਰ ਦੋਗੇ? ਸੋ ਇੱਕ ਤੁਸੀਂ ਗੱਲ ਕਹੀ ਕਿ ਜਿਹੜੇ ਵਿਛੋੜਾ ਦੇ ਗਏ ਉਹਨਾਂ ਦਾ ਦਰਦ ਤਾਂ ਹਮੇਸ਼ਾ ਚੁੱਭਦਾ ਰਹੇਗਾ। ਹਾਂਜੀ, ਦਰਦ ਤਾਂ ਚੁੱਭਦਾ ਰਹੂਗਾ, ਪਰ ਇਸ ਵੇਲੇ ਦਰਦ ਤੋਂ ਉੱਤੇ ਇੱਕ ਜ਼ਿੰਮੇਵਾਰੀ ਵੀ ਆ ਜਾਂਦੀ ਹੈ ਨਾ। ਉਹਨਾਂ ਦੇ ਬਹੁਤ ਸੁਪਨੇ ਹੁੰਦੇ ਆ। ਮੈਨੂੰ ਲੱਗਦਾ ਸੁਪਨੇ ਇੱਕ ਇਹੋ ਜਿਹੀ ਭਾਸ਼ਾ ਆ, ਤੁਸੀਂ ਕਿਸੇ ਨਾਲ ਵੀ ਗੱਲ ਕਰ ਸਕਦੇ ਹੋ, ਅਤੇ ਸੁਪਨੇ ਇੱਕ ਇਹੋ ਜਿਹੀ ਭਾਸ਼ਾ ਹੈ ਜਿਹੜੇ ਸਮੇਂ ਦੇ ਮੁਤਾਜ ਨਹੀਂ ਹੁੰਦੇ। ਤੁਸੀਂ ਆਪਣੇ ਪੁਰਖਿਆਂ ਦੇ ਸੁਪਨੇ ਜੇ ਅੱਜ ਜੀ ਰਹੇ ਹੋ ਤਾਂ ਤੁਹਾਡੇ ਪੁਰਖੇ ਤੁਹਾਡੇ 'ਚੋਂ ਜੀ ਰਹੇ ਨੇ। ਉਸੇ ਤਰੀਕੇ ਦੇ ਨਾਲ ਉਹ ਬੰਦੇ ਜਿਹੜੇ ਅੱਜ ਉਸ ਫੋਰਮ 'ਚ ਸਾਡੇ ਕੋਲ ਨਹੀਂ ਹੈਗੇ, ਕਿਉਂਕਿ ਬ੍ਰਹਿਮੰਡ ਹੈ, ਅੱਜ ਕਿਸੇ ਹੋਰ ਤਰੀਕੇ ਨਾਲ ਸਾਨੂੰ ਮਿਲਣਗੇ ਉਹ, ਮਤਲਬ ਵੀ ਇੱਕ ਜੇ ਆਪਾਂ ਸਪਿਰਿਚੁਅਲ ਗੱਲ ਕਰੀਏ ਤਾਂ ਰੂਹ ਤਾਂ ਕਦੇ ਨਹੀਂ ਮਰਦੀ। ਚੱਕਰ ਅਨੋਖੇ ਨੇ ਚੱਲਦੇ ਹੀ ਰਹਿਣੇ। ਹਾਂਜੀ, ਚੱਕਰ ਅਨੋਖੇ ਨੇ ਚੱਲਦੇ ਹੀ ਰਹਿਣੇ। ਕੁਛ ਲਿਖਿਆ? ਹਾਂਜੀ, ਲਿਖਿਆ ਸੀ ਕੁਛ। ਬਹੁਤ ਦਲੇਰ ਹੁੰਦੇ ਨੇ ਉਹ ਲੋਕ ਜੋ ਲੋਕ ਮੁੱਕ ਗਿਆ ਦੇ, ਮੁੱਕ ਜਾਣ 'ਤੇ ਮੁੱਕ ਕੇ ਵੀ ਮੁੱਕਦੇ ਨਹੀਂ, ਕਿਉਂ ਜੋ ਉਹਨਾਂ ਨੇ ਹਲੇ ਜ਼ਿੰਦਗੀ ਦੀਆਂ ਵਧੀਕੀਆਂ ਦੇ ਨਾਲ ਖਹਿਣਾ ਹੁੰਦਾ। ਉਹ ਜਿਹੜੇ ਮੁੱਕਦੇ ਧੜਕਦੇ ਸਾਹ ਛੱਡ ਗਏ ਹਨ, ਉਹ ਜਿਹੜੇ ਮੁੱਕਦੇ ਤੜਫਦੇ ਸਾਹ ਛੱਡ ਗਏ ਹਨ, ਉਹਨਾਂ ਨੇ ਉਹਨਾਂ ਛੱਡੇ ਹੋਏ ਸਾਹਾਂ 'ਚੋਂ ਹਲੇ ਬਹੁਤ ਸਾਹ ਲੈਣਾ ਹੁੰਦਾ। ਬਹੁਤ ਦਲੇਰ ਹੁੰਦੇ ਨੇ ਉਹ ਲੋਕ। ਪੁੱਛਣਾ ਫਿਰ ਕਿਵੇਂ ਤੋਰ ਤੁਰਦੀ ਹੈ, ਹਰ ਸन्नाटा ਤੁਰਦੀ ਹੈ, ਹਰ ਸ਼ੋਰ ਤੁਰਦੀ ਹੈ, ਹਰ ਬੇਵਸੀ 'ਚ ਬੇਸ਼ੱਕ ਹੋ ਡੋਰ ਭੋਰ ਤੁਰਦੀ ਹੈ। ਬੇਸ਼ੱਕ ਪੂਰੀ ਬੇਜਾਨ ਹੋ ਪਰ ਲਾ ਨੱਕੋ ਨੱਕ ਜ਼ੋਰ ਤੁਰਦੀ ਹੈ। ਪੁੱਛਣਾ ਫਿਰ ਕਿਵੇਂ ਉਹ ਤੋਰ ਤੁਰਦੀ ਹੈ। ਇਸੇ ਤੋਰ ਦੇ ਵਿੱਚ ਉਹ ਫੈਸਲਾ ਤੈਅ ਕਰਕੇ, ਇਸੇ ਤੋਰ ਦੇ ਵਿੱਚ ਉਹ ਫੈਸਲਾ ਤੈਅ ਕਰਕੇ, ਇਸੇ ਤੋਰ ਦੇ ਵਿੱਚ ਉਹ ਫਾਸਲਾ ਤੈਅ ਕਰਕੇ ਪਹੁੰਚ ਗਿਆ ਇੱਕ ਖੁਦੀ ਦੇ ਪਿੰਡ, ਲੱਭਣ ਖੁਦਾ ਦਾ ਪਤਾ। ਦੁਆ ਦਗਾ ਦੇ ਨੁਕਤੇ ਦੇ ਵਿੱਚ ਕਿਤੇ ਰਹਿ ਰਿਹਾ ਸੀ ਖੁਦਾ। ਵਜ੍ਹਾ ਬੇਵਜ੍ਹਾ ਖੁਦਾ, ਰਜ਼ਾ ਸਜ਼ਾ ਖੁਦਾ। ਅਤੇ ਉਹਨੂੰ ਜਦੋਂ ਫੜ ਲਿਆ ਨਾ ਮੈਂ ਕਹਿਣ ਦੀ ਦੇਰ ਸੀ ਥਿਰਕ ਗਿਆ।
ਪਰ ਪਤਾ ਜਾਂਦਾ ਜਾਂਦਾ ਮੇਰੇ ਕੰਨ 'ਚ ਕੀ ਕਹਿ ਗਿਆ, ਕਹਿੰਦਾ ਸੁਪਨੇ ਇੰਜ ਨਹੀਂ ਮੁੱਕਿਆ ਕਰਦੇ, ਉਹ ਤਾਂ ਤੁਹਾਡੇ ਆਲੇ ਦੁਆਲੇ ਮੇਰੇ ਵਾਂਗ ਹੀ ਗੋਲ ਗੋਲ ਘੁੰਮਦੇ ਨੇ। ਥੋੜ੍ਹਾ ਜਿਹਾ ਖਲਾ ਬਣ ਕੇ, ਥੋੜ੍ਹਾ ਜਿਹਾ ਖੁਦਾ ਬਣ ਕੇ। ਅਧੂਰੀ ਹੈ ਕਵਿਤਾ ਹਲੇ। ਕਈ ਵਾਰ ਅਧੂਰੀਆਂ ਚੀਜ਼ਾਂ ਪੂਰੇ ਹੋਣ ਨਾਲੋਂ ਜ਼ਿਆਦਾ ਖੂਬਸੂਰਤ ਹੁੰਦੀਆਂ, ਤੇ ਮੈਂ ਅਧੂਰੀ ਉਹ ਛੱਡਣੀ ਚਾਹੁੰਦਾ। ਜਿਸ ਤਰੀਕੇ ਦਾ ਸਮਾਂ ਚੱਲ ਰਿਹਾ ਹੈ, ਮੇਰੇ ਮਿੱਤਰ ਨੇ ਵਰਿੰਦਰ ਔਲਖ ਕਹਿੰਦੇ ਕਿ ਜਿਹੋ ਜਿਹਾ ਦੌਰ ਚੱਲ ਰਿਹਾ ਇਸ ਦੇਸ਼ ਦੇ ਅੰਦਰ, ਜਿਉਂਦੇ ਹਾਂ ਜੀ ਮਰੇ ਨਹੀਂ, ਬਸ ਇੰਨਾ ਹੀ ਕਾਫੀ ਹੈ। ਹਾਂਜੀ, ਇਹ ਚੀਜ਼ਾਂ ਨੇ। ਹੁਣ ਕਈ ਥਾਵਾਂ 'ਤੇ ਤਾਂ ਦੇਖੋ ਤੁਸੀਂ ਲਾ ਸਕਦੇ ਹੋ ਕਿ ਜਦੋਂ ਮੈਂ ਇਸ ਫਾਰਮਰ ਮੂਵਮੈਂਟ ਦੇ ਵਿੱਚ ਸੀਗਾ, ਮੇਰੀ ਭੈਣ ਨਾਲ ਤੋਂ ਇਲਾਵਾ ਮੇਰੀ ਇੱਕ ਦੋਸਤ ਸੀ, ਉਹਨਾਂ ਦੇ ਹੁਣ ਮਤਲਬ ਫਾਦਰ ਫਿਗਰ ਸੀਗੇ, ਮੈਂਟਰ ਸੀ, ਉਹ ਨਹੀਂ ਰਹੇ ਅੱਜ। ਅਤੇ ਮੇਰੇ 'ਚ ਹਿੰਮਤ ਨਹੀਂ ਹੈਗੀ ਮੈਂ ਪੁੱਛ ਸਕਾਂ ਕਿ ਕਾਰਨ ਕੀ ਆ। ਪਰ ਮੈਂ ਇੰਨਾ ਦੱਸਣਾ ਚਾਹੁੰਦਾ ਕਿ ਉਹਨਾਂ ਦਿਨਾਂ ਦੇ ਵਿੱਚ ਬਹੁਤ ਨਿਰਾਸ਼ਾ ਸੀਗੀ, ਕਿਉਂਕਿ ਕਦੇ NIA ਦੇ ਸਮਨਸ ਆ ਰਹੇ ਸੀਗੇ, ਫਿਰ ਕਦੇ ਇਨਕਮ ਟੈਕਸ ਦੇ ਆ ਰਹੇ ਸੀਗੇ, ਸਾਰਿਆਂ ਨੂੰ ਆ ਰਹੇ ਸੀ। ਉਹਨਾਂ 'ਚੋਂ ਕੁਛ ਚੀਜ਼ਾਂ ਅਸੀਂ ਵੀ ਝੇਲੀਆਂ, ਅਤੇ ਨਾਲ ਦੇ ਬਹੁਤ ਜਣੇ ਡਰ ਜਾਂਦੇ ਆ। ਤਾਂ ਉਸ ਖੂਬਸੂਰਤ ਸ਼ਖਸੀਅਤ ਨੇ ਇੰਨਾ ਕਿਹਾ ਸੀ ਕਿ ਵੱਧ ਤੋਂ ਵੱਧ ਜੇਲ੍ਹ 'ਚ ਪਾ ਦੇਣਗੇ, ਮੈਂ ਛੁਡਾ ਲੂੰਗਾ। ਅਤੇ ਇੱਕ ਜਿਵੇਂ ਫਾਦਰ ਫਿਗਰ ਹੁੰਦੀ ਆ ਪਿੱਛੇ, ਕੋਈ ਮੇਰਾ ਬਹੁਤਾ ਤਜਰਬਾ ਨਹੀਂ ਰਿਹਾ, ਮੈਂ ਇੱਕ ਦੋ ਵਾਰ ਫੋਨ 'ਤੇ ਹੀ ਗੱਲ ਕੀਤੀ ਆ, ਪਰ ਉਹ ਚੀਜ਼ਾਂ ਦਰਦ ਦਿੰਦੀਆਂ। ਹੁਣ ਸਾਡੇ ਇੱਦੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਮੈਂ ਸੁਣਿਆ ਸੀ ਲਾਇਬ੍ਰੇਰੀਅਨ ਨੇ, ਉਹਨਾਂ ਦੀ ਫੈਮਿਲੀ ਦੇ 3-4 ਬੰਦੇ ਜਿਹੜੇ ਨੇ ਉਹ ਨਹੀਂ ਰਹੇ, ਅਤੇ ਸਡਨ ਚੀਜ਼ ਉਹ ਫਿਰ ਬਹੁਤ ਵੱਡਾ ਦੁਖਾਂਤ ਹੈ। ਔਰ ਇਨਫਰਾਸਟਰਕਚਰ ਇੰਡੀਆ ਦੇ ਵਿੱਚ, ਜੇ ਆਪਾਂ ਕਹਿ ਰਹੇ ਹਾਂ ਡੈਵਲਪਿੰਗ ਨੇਸ਼ਨ ਹੈ ਜੀ, ਵਰਲਡ ਪਾਵਰ ਬਣਨਾ ਕੱਲ੍ਹ ਨੂੰ, ਅਤੇ ਹੁਣ ਵੀ ਤੁਸੀਂ ਦੇਖ ਸਕਦੇ ਹੋ ਸੈਂਟਰਲ ਵਿਸਟਾ ਪ੍ਰੋਜੈਕਟ ਹੈ, ਉਹਦੇ ਉੱਤੇ ਕਿੰਨੇ ਪੈਸੇ ਖਰਚੇ ਜਾ ਰਹੇ ਆ। ਵੀ ਇਨਫਰਾਸਟਰਕਚਰ ਦਾ ਵੀ ਕ੍ਰਾਈਟੇਰੀਆ ਹੋਣਾ ਚਾਹੀਦਾ ਨਾ, ਅਰਬਨਾਈਜੇਸ਼ਨ ਅਤੇ ਆਹ ਚੀਜ਼ਾਂ ਤੋਂ ਪਹਿਲਾਂ ਰਿਸੋਰਸ ਡਿਵੈਲਪਮੈਂਟ ਹੋਣੀ ਚਾਹੀਦੀ ਹੈ ਨਾ ਉਹਨਾਂ ਚੀਜ਼ਾਂ 'ਤੇ। ਇਹ ਦੁਖਾਂਤ ਦੇ ਬਾਰੇ ਪਿੱਛੇ ਜੇ PM ਮੋਦੀ ਵੀ ਭਾਵੁਕ ਹੋਏ, ਹਾਲਾਂਕਿ ਲੋਕਾਂ ਨੇ ਟਰੋਲ ਬਹੁਤ ਕੀਤਾ ਕਿ ਭਾਵੁਕ ਤਾਂ ਤੁਸੀਂ ਹੋਏ ਹੋ ਲੇਕਿਨ ਲੋਕ ਅਜੇ ਵੀ ਮਰ ਰਹੇ। ਇਹ ਚੀਜ਼ਾਂ ਕਿਵੇਂ ਦੇਖਦੇ ਹੋ? ਦੇਖੋ, ਡੈਮੋਕ੍ਰੇਸੀ ਹੈ ਜੋ ਲੋਕ ਮਹਿਸੂਸ ਕਰਦੇ ਨੇ, ਮਤਲਬ ਸਿੰਪਲੀ ਅਸੀਂ ਵੀ ਉਹੀ ਮਹਿਸੂਸ ਕਰਦੇ ਹਾਂ। ਉਸ ਤੋਂ ਬਾਅਦ ਬਹੁਤਿਆਂ ਨੇ ਮਗਰਮੱਛ ਦੇ ਅਥਰੂ ਵੀ ਦਿਖਾਏ ਅਤੇ ਉਹਨਾਂ ਨੂੰ ਕੰਪੇਅਰ ਵੀ ਕੀਤਾ ਘੜਿਆਲੀ ਅਥਰੂ ਨੇ। ਉਹ ਚੀਜ਼ ਇਸ ਲਈ ਕਿਤੇ ਨਾ ਕਿਤੇ ਡਾਊਟਫੁਲ ਹੁੰਦੀ ਹੈ ਜਾਂ ਸੱਚ ਲੱਗਦੀ ਹੈ ਵੀ ਜਿਹੜਾ ਟਾਈਮ ਸੀਗਾ ਐਕਸ਼ਨ ਲੈਣ ਦਾ, ਉਸ ਵੇਲੇ ਤਾਂ ਤੁਸੀਂ ਪੋਲੀਟਿਕਸ 'ਚ ਬਿਜ਼ੀ ਸੀਗੇ, ਅਤੇ ਬਾਅਦ 'ਚੋਂ ਤੁਸੀਂ ਅਥਰੂ ਹੈ ਜਿਹੜੇ ਅਥਰੂ ਕੇਰਨਾ ਕੋਈ ਮਾੜੀ ਗੱਲ ਨਹੀਂ, ਇੱਕ ਜਜ਼ਬਾਤ ਹੁੰਦਾ, ਪਰ ਬੜਾ ਪਿਓਰ ਜਜ਼ਬਾਤ ਹੁੰਦਾ। ਇੱਥੇ ਅਥਰੂ ਮਤਲਬ ਉਹ ਇਸ ਤਰੀਕੇ ਦੇ ਨਾਲ, ਜੇ ਤੁਹਾਨੂੰ ਇੰਨਾ ਹੀ ਦੁੱਖ ਹੈ ਤਾਂ ਤੁਸੀਂ ਫਿਰ ਕਰ ਦਿਓ। ਅਥਰੂ ਸਮਝ ਨਹੀਂ ਆ ਰਹੇ ਵੀ ਜਵਾਬਦੇਹੀ ਦੀ ਥਾਂ 'ਤੇ ਅਥਰੂ ਕਰ ਰਹੇ ਆ ਕਿ ਕਿਉਂ ਕਰ ਰਹੇ ਆ। ਉਹ ਸਵਾਲ ਦੇ ਦਾਇਰੇ 'ਚ ਨੇ ਅਥਰੂ, ਕਿਉਂਕਿ ਨੀਰੋ ਬੰਸਰੀ ਵਜਾ ਰਿਹਾ ਸੀ, ਇੱਥੇ ਕਿਸੇ ਨੀਰੋ ਦਾ ਸੈਂਟਰਲ ਵਿਸਟਾ ਚੱਲ ਰਿਹਾ, ਅਤੇ ਉਹ ਉਸ ਚੀਜ਼ ਨੂੰ ਮਤਲਬ ਮੈਂ ਤਾਂ ਹੈਰਾਨ ਹਾਂ। ਮੈਂ ਹੁਣ ਅਵਮਾਨਨਾ ਨਹੀਂ ਕਰ ਸਕਦਾ ਜੁਡੀਸ਼ਰੀ ਦੀ, ਬਟ ਉਹ ਸਮਝ ਨਹੀਂ ਆਉਂਦਾ, ਕੁਛ ਗੱਲਾਂ ਸ਼ੱਕ ਦੇ ਦਾਇਰੇ 'ਚ ਨੇ ਕਿ ਪ੍ਰਾਇਮਰੀ ਇਨਫਰਾਸਟਰਕਚਰ ਹੈ ਜਿਹੜਾ ਹੈਲਥ ਕੇਅਰ ਹੈ, ਜਿਹੜੀ ਐਜੂਕੇਸ਼ਨ ਹੈ, ਉਹ ਤਾਂ ਇੰਨੀ ਡਿਪਲੀਟ ਹੋ ਰਹੀ ਆ, ਅਤੇ ਆਪਾਂ ਕਿਹੜੀਆਂ ਮਤਲਬ ਮਹਿਲ ਮਾੜੀਆਂ 'ਚ ਰਹਿ ਕੇ ਆਪਾਂ ਕੀ ਕਰ ਲਾਂ। ਕੀ ਲੱਗ ਕੀ ਰਿਹਾ ਕਿ ਦੇਸ਼ ਜਾ ਕਿੱਧਰ ਨੂੰ ਰਿਹਾ? ਤੁਸੀਂ ਕਹਿ ਸਕਦੇ ਹੋ ਕਿ ਇਟ ਇਜ਼ ਸਿਲੈਕਟਿਡ ਆਟੋਕ੍ਰੇਸੀ, ਦਿਸ ਇਜ਼ ਨਾਟ ਵਾਟ ਡੈਮੋਕ੍ਰੇਸੀ ਇਜ਼। ਡੈਮੋਕ੍ਰੇਸੀ ਇੱਦਾਂ ਦੀ ਨਹੀਂ ਹੁੰਦੀ। ਇਹਦੇ ਵਿੱਚ ਤੁਹਾਨੂੰ ਆਪਦੀ ਗੱਲ ਕਹਿਣ ਦਾ ਹੱਕ ਨਹੀਂ ਹੈਗਾ। ਜੋ ਆਪਾਂ ਦੇ ਤਹਿਤ ਤੁਸੀਂ ਕਿਸੇ ਨੂੰ ਵੀ ਚੱਕ ਦਿੰਦੇ ਹੋ, ਟੰਗ ਦਿੰਦੇ ਹੋ, ਤੁਸੀਂ ਕਿਤੇ ਇਨਕਮ ਟੈਕਸ ਦੀ ਰੇਡ ਪਵਾ ਦਿੰਦੇ ਹੋ, ਤੁਸੀਂ ਕੁਛ ਕਰ ਦਿੰਦੇ ਹੋ, ਡਾਇਰੈਕਟਲੀ ਇਨਡਾਇਰੈਕਟਲੀ ਤੁਸੀਂ ਆਪਦੀ ਗੱਲ ਕਿਸੇ ਨੂੰ ਨਹੀਂ ਕਰਨ ਦੇ ਰਹੇ। ਅਤੇ ਡੈਮੋਕ੍ਰੇਸੀ ਇਸ ਤਰੀਕੇ ਦੀ ਨਹੀਂ ਹੁੰਦੀ। ਇੰਡੀਆ ਜਦੋਂ ਆਜ਼ਾਦ ਹੋਇਆ ਸੀਗਾ, ਅਤੇ ਇਟਸ ਦਾ ਫਸਟ ਐਗਜ਼ਾਮਪਲ ਕਿ ਰੀਜਨਲ ਸਟੇਟਸ ਇਕੱਠੀਆਂ ਹੋਈਆਂ ਸੀਗੀਆਂ। ਬੇਸ਼ੱਕ ਯੂਨੀਅਨ ਹੈ, ਬਟ ਇਹਦਾ ਵਜੂਦ ਜਿਹੜੀਆਂ ਫੈਡਰਲ ਸਟੇਟਸ ਨੇ ਇਹਨੂੰ ਇਕੱਠਾ ਕੀਤਾ ਹੈ ਉਹਦੇ ਕਰਕੇ ਹੈ, ਕਿਉਂਕਿ ਹਰ ਸਟੇਟ ਦਾ ਇੱਕ ਅਲੱਗ ਕਲਚਰ ਹੈ, ਸਭ ਕੁਛ ਹੈ। ਅਤੇ ਅੱਜ ਜੋ ਕਲਚਰਲ ਰਾਈਟਸ, ਰਿਲੀਜੀਅਸ ਰਾਈਟਸ ਨੂੰ, ਲਿੰਗੁਇਸਟ ਰਾਈਟਸ ਨੂੰ ਮੰਗ ਰਹੀਆਂ, ਉਹਨਾਂ ਨੂੰ ਦਰਕਨਾਰ ਕੀਤਾ ਜਾ ਰਿਹਾ। ਉਸ ਤੋਂ ਵੀ ਉੱਤੇ ਕਿਸਾਨ ਤਾਂ ਸਾਰਿਆਂ ਦੇ ਸਾਂਝੇ ਨੇ, ਅਤੇ ਉਹ ਫਾਰਮਰਸ ਨੂੰ ਹੁਣ ਤੁਸੀਂ ਦੇਖ ਸਕਦੇ ਹੋ ਐਟ ਪ੍ਰੈਜ਼ੈਂਟ ਸਰੋਂ ਦਾ ਤੁਸੀਂ ਦੇਖ ਸਕਦੇ ਹੋ ਬਈ ਉਹ ਉਹਨਾਂ ਨੇ ਖੁੱਲ੍ਹਾ ਜਿਹੜਾ ਤੇਲ ਹੈ, ਉਹ ਜਿਹੜੀ ਚੀਜ਼ ਪਿੱਛੇ ਕਿਸਾਨ ਰੋ ਰਹੇ ਸੀਗੇ, ਰਾਮਦੇਵ ਦੀ ਕੰਪਨੀ, ਰਾਮਦੇਵ ਜਿਹੜਾ ਆਪਣੇ ਆਪ ਨੂੰ ਇੱਕ ਯੋਗ ਗੁਰੂ ਕਹਿੰਦਾ, ਜਿਹੜਾ ਦਿਨ ਪ੍ਰਤੀ ਦਿਨ ਤੇਲ ਦੇ ਭਾਅ ਵਧਾਈ ਜਾ ਰਿਹਾ, ਜਿਹੜਾ ਡਾਕਟਰਸ ਬਾਰੇ ਰਿਡੀਕੂਲਸ ਸਟੇਟਮੈਂਟਸ ਦੇ ਰਿਹਾ। ਤੁਸੀਂ ਦੇਖੋ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਡਾਕਟਰਸ ਹੈ ਜਿਹੜੇ ਉਹ ਪਿਸਡ ਆਫ ਹੋਏ ਪਏ ਆ ਉਸ ਬੰਦੇ ਤੋਂ।
ਉਹਨਾਂ ਨੂੰ ਲੱਗ ਰਿਹਾ ਕਿ ਸਾਡੇ ਪ੍ਰੋਫੈਸ਼ਨ ਨੂੰ ਡੈਰੋਗੇਟ ਕਰ ਰਿਹਾ ਬੰਦਾ। ਔਰ ਦੁਖਾਂਤ ਇਹ ਹੈ ਵੀ ਇਹੋ ਜਿਹੇ ਬੰਦਿਆਂ ਤੇ ਸੈਡੀਸ਼ਨ ਲਾਅ ਕਿਉਂ ਨਹੀਂ ਹੋ ਰਿਹਾ? ਅਸਲ 'ਚ ਤਾਂ ਦੇਸ਼ ਧਰੋਹ ਇਹ ਹੈ ਨਾ, ਜਿਹੜੇ ਡਾਕਟਰ ਸ਼ਹੀਦ ਹੋ ਗਏ, ਇੰਨਾ ਕੁਛ ਕਰ ਗਏ, ਜਿਹੜਾ ਉਹਨਾਂ ਬਾਰੇ ਇਦਾਂ ਦੀਆਂ ਸਟੇਟਮੈਂਟਸ ਦੇ ਰਿਹਾ, ਉਸ ਬੰਦੇ ਤੇ ਤੁਸੀਂ ਦੇਸ਼ ਧਰੋਹ ਦਾ ਪਰਚਾ ਦਿਓ। ਅਸਲ ਦੇਸ਼ ਧਰੋਹ ਕੌਣ ਕਰ ਰਿਹਾ? ਤੁਸੀਂ ਲਕਸ਼ਦੀਪ ਦੀ ਐਗਜ਼ਾਮਪਲ ਦੇਖ ਸਕਦੇ ਹੋ, ਕਿਵੇਂ ਮੋਨੋਪਲੀ ਕ੍ਰੀਏਟ ਕਰ ਰਿਹਾ ਉੱਥੇ ਡੇਅਰੀ ਦੀ। ਤੇ ਇਹ ਸਾਰੀਆਂ ਚੀਜ਼ਾਂ ਤੁਸੀਂ ਕਿਤੇ ਨਾ ਕਿਤੇ ਦੇਖੋਗੇ, ਇੱਕ ਕਾਮਨ ਲਿੰਚਪਿਨ ਮਿਲੇਗਾ ਤੁਹਾਨੂੰ। ਜੇ ਇੰਨੀ ਨਿਰਾਸ਼ਾ ਹੈ, ਇੰਨੀ ਹਨੇਰਗਰਦੀ, ਤਾਂ ਕੀ ਕੋਈ ਚਾਨਣ ਦੀ ਆਸ ਨਹੀਂ? ਦੇਖੋ, ਉਮੀਦ ਤੇ ਖੜੇ ਆ ਆਪਾਂ। ਹੁਣ ਕੱਲੀ ਮੋਦੀ ਦੀ ਵੀ ਗੱਲ ਨਹੀਂ ਕਰਦੇ, ਅਸੀਂ ਪੰਜਾਬ ਤੇ ਆ ਜਾਂਦੇ ਆ। ਸਾਡੇ ਸੀਐਮ ਸਾਹਿਬ ਆਪਦੇ ਪਤਾ ਨਹੀਂ ਕਿਹੜੇ ਲਾਈਫ ਸਟਾਈਲ 'ਚ ਬਿਜ਼ੀ ਨੇ। ਉਨ ਜੋ ਐਸੇ ਐਕਸ ਆਰਮੀ, ਠੀਕ ਹੈ ਨਾ, ਆਫਿਸਰ ਨੇ, ਤੇ ਜਦੋਂ ਉਹ ਡਿਫੈਂਸ ਐਨਾਲਿਸਟ ਦੇ ਨਾਲ ਇਸ ਤਰੀਕੇ ਦੇ ਤਾਲੁਕਾਤਾਂ 'ਚ ਨੇ, ਤੇ ਉਹਨਾਂ ਦੀ ਪਰਸਨਲ ਲਾਈਫ ਕਿਉਂਕਿ ਉਹ ਸਾਨੂੰ ਇਫੈਕਟ ਕਰ ਰਹੀ ਹੈ। ਜਿਸ ਵੇਲੇ ਲੋਕ ਕਰੋਨਾ ਦੇ ਨਾਲ ਮਰ ਰਹੇ ਨੇ, ਲੋਕਡਾਊਨ ਹੈ, ਉਹ ਕੋਈ ਚੀਕੂ ਤੇ ਸੀਤਾਫਲ ਅਰੇਂਜ ਕਰਨ ਦੇ ਵਿੱਚ ਬਿਜ਼ੀ ਨੇ ਕਿਤੇ। ਉਹਨਾਂ ਨੇ ਘਰ ਘਰ ਨੌਕਰੀ ਕਰਨੀ ਸੀ। ਗੁਟਕਾ ਸਾਹਿਬ ਦੀ ਉਹਨਾਂ ਨੇ ਝੂਠੀ ਸਹੁੰ ਵੀ ਖਾਧੀ ਹੈ। ਐਂਡ ਅਸੀਂ ਇਸ ਡੈਮੋਕ੍ਰੇਸੀ ਦੇ ਵਿੱਚ, ਜਿਹੜੀ ਕਰੋਨਿਕ ਕੈਪੀਟਲਿਸਟ ਡੈਮੋਕ੍ਰੇਸੀ ਹੈ, ਕਰੋਨਿਕ ਕੈਪੀਟਲਿਸਟ ਜਿਹਦੇ ਵਿੱਚ ਇੱਕ ਵਪਾਰੀ ਵਰਗ ਹੈ, ਜਿਹੜਾ ਵੱਡਾ ਵਪਾਰੀ ਵਰਗ, ਛੋਟੇ ਆੜਤੀਆਂ ਦੀ ਮੈਂ ਗੱਲ ਨਹੀਂ ਕਰ ਰਿਹਾ, ਉਹ ਵੀ ਇਸੇ ਤਰੀਕੇ ਨਾਲ ਲੁੱਟ ਰਹੇ ਨੇ ਕਿਸਾਨਾਂ ਨੂੰ। ਉਹ ਵੀ ਉੱਥੇ ਤੁਹਾਨੂੰ ਧਰਨੇ ਤੇ ਮਿਲਣਗੇ ਉੱਥੇ ਬੈਠੇ, ਤੇ ਉਹਨਾਂ ਦਾ ਰਾਜ ਹੋ ਚੁੱਕਿਆ ਇੱਥੇ। ਇਨਡਿਫਰੈਂਸ ਕਰਵ ਤੁਸੀਂ ਇੰਡੀਆ ਦੀ ਦੇਖ ਲਓ ਕਿੱਥੇ ਰੇਜ਼ ਕਰ ਚੁੱਕੀ ਹੈ, ਇਨਕਮ ਇਨਇਕੁਐਲਿਟੀ ਕਿੱਥੇ ਪਹੁੰਚ ਚੁੱਕੀ ਹੈ, ਪ੍ਰੈਸ ਫਰੀਡਮ ਦੇਖ ਲਓ ਕਿੱਥੇ ਪਹੁੰਚ ਗਈ ਹੈ, ਬੇੜਾ ਗਰਕ ਹੋ ਚੁੱਕਿਆ ਹਰ ਪਾਸਿਓਂ। ਤੇ ਕਰ ਰਹੇ ਹਾਂ ਅਸੀਂ ਉਮੀਦ, ਅੰਨਿਆਂ ਦੇ ਸ਼ਹਿਰ ਦੇ ਵਿੱਚ ਇੱਕ ਸੁਰਮਾ ਵੇਚਣ ਵਰਗੀ ਉਮੀਦ ਕਰ ਰਹੇ ਹਾਂ, ਕਿਉਂਕਿ ਸਾਨੂੰ ਅੰਨਾ ਵੀ ਕੀਤਾ ਜਾ ਰਿਹਾ। ਅਸੀਂ ਆਪਣੇ ਆਪ ਨੂੰ ਸੁਰਮਾ ਵੇਚ ਰਹੇ ਹਾਂ, ਅਸੀਂ ਕਿਸੇ ਬਾਹਰ ਦੇ ਨੂੰ ਨਹੀਂ ਵੇਚ ਰਹੇ। ਭਲੀ ਭਾਤੀ ਜਾਣਦਾ ਆ ਉਹ ਬੰਦਾ, ਉਹ ਸ਼ਖਸ, ਕਿਉਂਕਿ ਇੱਕ ਉਹ ਗਰੁੱਪ ਹੈ, ਇੱਕ ਐਲੀਟ ਗਰੁੱਪ ਹੈ। ਤੁਸੀਂ ਕਹਿ ਸਕਦੇ ਹੋ ਕਿ ਵਰਲਡ ਵਾਰ 2 ਤੋਂ ਬਾਅਦ ਬਹੁਤ ਨਿਰਾਸ਼ਾ ਆ ਗਈ ਸੀ ਉਸ ਵੇਲੇ ਦੇ ਆਰਟਿਸਟ 'ਚ। ਤੁਸੀਂ ਇੱਕ ਵਰਜੀਨੀਆ ਵੁਲਫ ਦੀ ਐਗਜ਼ਾਮਪਲ ਲੈ ਸਕਦੇ ਹੋ। ਬਹੁਤ ਉਮੀਦ ਹੁੰਦੀ ਸੀ ਉਹਦੀਆਂ ਕਵਿਤਾਵਾਂ 'ਚ, ਪਰ ਇੱਕ ਦੌਰ ਆਇਆ ਉਹਦੇ ਜੇਬ 'ਚ ਵੱਟੇ ਪਾਏ ਹੋਏ ਸੀਗੇ, ਤੇ ਉਹ ਸਮੁੰਦਰ ਵੱਲ ਤੁਰ ਰਹੀ ਸੀਗੀ, ਤੇ ਉੱਥੋਂ ਵਾਪਸ ਨਹੀਂ ਆਈ ਉਹ। ਤੇ ਜਿਹੜੇ ਅੱਜ ਦੇ ਆਰਟਿਸਟ ਨੇ, ਮੈਂ ਉਹਨਾਂ ਆਰਟਿਸਟ ਦੀ ਗੱਲ ਨਹੀਂ ਕਰ ਰਿਹਾ ਜਿਹੜੇ ਸੋ ਕੋਲਡ ਬਸ ਜੀ, ਉਹਨਾਂ ਨੂੰ 2-4 ਗੱਡੀਆਂ ਚਾਹੀਦੀਆਂ, ਬੰਦੂਕਾਂ ਚਾਹੀਦੀਆਂ, ਕਿਸੇ ਨੂੰ ਨੀਵਾਂ ਦਿਖਾਉਣ 'ਚ ਲੱਗੇ ਹੋਏ ਨੇ। ਆਰਟਿਸਟ ਉਹ ਹੁੰਦਾ ਜਿਹੜਾ ਉਸ ਵੇਲੇ ਦੀ ਪੀੜ ਨੂੰ ਚਿਤਰੇ, ਉਸ ਵੇਲੇ ਦੀ ਦਰਦ ਦੀ ਗੱਲ ਕਰੇ, ਕਿਉਂਕਿ ਲਿਟਰੇਚਰ ਹੁੰਦਾ ਸਤਿਅਮ ਸ਼ਿਵਮ ਸੁੰਦਰਮ, ਜਿਹ 'ਚ ਸੱਚ ਹੋਵੇ, ਤੇ ਬਾਕੀ ਤੁਸੀਂ ਜਾਣਦੇ ਹੀ ਹੋ, ਸੋਹਣਾ ਉਹੀ ਲੱਗਦਾ। ਉਹ ਆਰਟਿਸਟ ਉਸ ਵੇਲੇ ਡਿਪਰੈਸ਼ਨ 'ਚ ਜਾ ਰਹੇ ਸੀਗੇ, ਗੰਦਾ ਮਹਿਸੂਸ ਕਰ ਰਹੇ ਸੀ। ਅੱਜ ਵੀ ਉਹੀ ਦੌਰ ਆ। ਕੋਸ਼ਿਸ਼ ਹੈ ਵੀ ਉਸ ਦੌਰ ਨੂੰ ਕਿਸੇ ਤਰੀਕੇ ਠੀਕ ਕੀਤਾ ਜਾ ਸਕੇ। ਕੋਸ਼ਿਸ਼ ਜਾਰੀ ਹੈ, ਪਰ ਹਰ ਥਾਂ ਦੇ ਉੱਤੇ ਜਿੱਥੇ ਵੀ ਅਸੀਂ ਹੱਥ ਪੈਰ ਮਾਰ ਰਹੇ ਹਾਂ, ਮਤਲਬ ਇੱਕ ਨਿਰਾਸ਼ਪੁਣਾ, ਤੁਸੀਂ ਕਹਿ ਸਕਦੇ ਹੋ ਨਾ ਕਿ ਐਗਜ਼ਿਸਟੈਂਸ਼ੀਅਲਿਜ਼ਮ ਸੀਗਾ ਜਿਹੜਾ ਉਸ ਵੇਲੇ ਆਇਆ ਸੀਗਾ। ਫਿਰ ਉਹ ਤੋਂ ਬਾਅਦ ਐਬਸਰਡਿਜ਼ਮ ਆਇਆ ਸੀਗਾ। ਤੁਸੀਂ ਵਿੰਸੈਂਟ ਵੈਨ ਗੋਗ ਦੀਆਂ ਪੇਂਟਿੰਗਸ ਦੇਖ ਸਕਦੇ ਹੋ, ਹੋਰ ਬਹੁਤ ਕੁਝ ਦੇਖ ਸਕਦੇ ਹੋ। ਹੁਣ ਵੀ ਉਵੇਂ ਦੀ ਕਲਾ ਉਪਜ ਰਹੀ ਹੈ। ਨਿਰਾਸ਼ਾ 'ਚੋਂ ਆਸ਼ਾ ਕੱਢਣੀ ਆਰਟਿਸਟ ਦੇ ਹੱਥ ਦੇ ਵਿੱਚ ਹੈ, ਤੇ ਉਹ ਅਕਾਲ ਪੁਰਖ ਅੱਲਾ ਤਾਲਾ ਮੌਲਾ ਸਾਈਂ ਉਹਦੇ ਹੱਥ ਦੇ ਵਿੱਚ ਹੈ। ਅਸੀਂ ਉਮੀਦ ਹੀ ਕਰ ਸਕਦੇ ਹਾਂ। ਜ਼ਮੀਨੀ ਹਕੀਕਤ ਨਿਰਾਸ਼ਾ ਵਾਲੀ ਹੈ, ਕਿਉਂਕਿ ਖਬਰਾਂ 'ਚ ਵੀ ਦੇਖਿਆ ਜਾਂ ਅਸੀਂ ਵੀ ਦੇਖਦੇ ਹੈਗੇ, ਪਰ ਸਰਕਾਰੀ ਅੰਕੜੇ ਉਹ ਤਾਂ ਬਹੁਤ ਕੁਝ ਹੋਰ ਹੀ ਦਾਅਵਾ ਕਰ ਰਹੇ, ਕੁਝ ਹੋਰ ਹੀ ਤਸਵੀਰ ਹੈ ਉੱਤੇ। ਦੇਖੋ, ਸਰਕਾਰੀ ਆંકੜੇ ਨੇ ਜਿਹੜੇ, ਉਹਨਾਂ ਨੂੰ ਮੈਨੀਪੂਲੇਟ ਕੀਤਾ ਜਾ ਸਕਦਾ। ਹੁਣ ਮੈਂ ਇਕਨੋਮਿਕਸ 'ਤੇ ਵੀ ਹੋਲਡ ਰੱਖਦਾ ਥੋੜ੍ਹਾ ਜਿਹਾ। ਜਦੋਂ ਗਰੋਥ ਰੇਟਸ ਉੱਪਰ ਥੱਲੇ ਕਰਨੇ ਹੁੰਦੇ ਆ, ਜਿਹੜਾ ਬੇਸਿਕਲੀ ਗਰੋਸ ਡੋਮੈਸਟਿਕ ਪ੍ਰੋਡਕਟ ਜਿੱਤੋਂ ਅਸੀਂ ਗਰੋਥ ਮੇਜਰ ਕਰਦੇ ਹਾਂ, ਉਹ ਇੱਕ ਮਾਰਕੀਟ ਪ੍ਰਾਈਸ 'ਤੇ ਹੁੰਦੀ ਹੈ, ਇੱਕ ਫੈਕਟਰ ਕੋਸਟ 'ਤੇ ਹੁੰਦੀ ਆ, ਅਤੇ ਫਿਰ ਇੱਕ ਕੌਂਸਟੈਂਟ ਪ੍ਰਾਈਸਿਸ 'ਤੇ ਹੁੰਦੀ ਆ। ਅਤੇ ਉਹ ਉੱਪਰ ਥੱਲੇ ਚੇਂਜ ਕਰ ਦਿੰਦੇ ਉਹਦਾ ਬੇਸ ਈਅਰ, ਕਦੇ 11-12 ਸੀ, ਫਿਰ 14-15 ਕਰਤਾ, ਅਤੇ ਉਹ ਮਤਲਬ ਮੈਨੀਪੂਲੇਟ ਕੀਤੀ ਜਾ ਸਕਦੀ ਹੈ। ਉਸ ਤੋਂ ਇਲਾਵਾ ਤੁਸੀਂ ਇਹ ਦੇਖ ਸਕਦੇ ਹੋ ਕਿ ਸਰਕਾਰੀ ਆંકੜੇ ਜਿੱਥੇ ਸਹੀ ਵੀ ਹੁੰਦੇ ਆ, ਉੱਥੇ ਵੀ ਕਿੱਥੇ ਸਪੋਰਟ ਹੁੰਦੀ ਹੈ। ਮਤਲਬ ਆਈ ਰੀਅਲੀ ਫੈਲਟ ਮਚ ਡਿਸਹਾਰਟਨਡ ਕੁੰਵਰ ਵਿਜੇ ਪ੍ਰਤਾਪ ਜੀ ਦਾ ਜਿਹੜਾ ਕੇਸ ਹੈ, ਇੱਕ ਐਡਾ ਪ੍ਰੈਸਟੀਜੀਅਸ ਆਫਿਸਰ ਹੋਵੇ ਜਿਹੜਾ ਐਡੀ ਮਿਹਨਤ ਕਰੇ, ਅਤੇ ਉਸ ਵੇਲੇ ਜਿਹੜੇ ਲੋਕ ਬੜੀ ਹਾਮੀ ਭਰਦੇ ਹੋਣ ਬਰਗਾੜੀ ਦੀ ਮੂਵਮੈਂਟ ਬਾਰੇ ਵੀ, ਆਹ ਕੁਛ ਹੋਇਆ ਜੀ, ਗਲਤ ਹੋਇਆ, ਅਤੇ ਅੱਜ ਉਹੀ ਲੋਕ ਸਟਾਂਸ ਬਦਲ ਜਾਣ। ਹਰ ਚੀਜ਼ ਨੂੰ ਪੋਲੀਟੀਸਾਈਜ਼ ਕਰਨਾ ਹੀ ਸਾਡਾ ਇੱਥੇ, ਬਸ ਇਹ ਸੱਤਾ ਕਿਸ ਤਰੀਕੇ ਨਾਲ ਆ ਸਕਦੀ ਹੈ। ਮਤਲਬ ਹੁਣ ਕੋਈ ਪਾਰਟੀ ਕਿਸੇ ਪਾਰਟੀ ਨਾਲ ਕਿਸੇ ਸਟੇਟ ਦੇ ਵਿੱਚ ਅਲਾਇੰਸ 'ਚ ਹੈ, ਅਤੇ ਪੰਜਾਬ ਦੇ ਵਿੱਚ ਕੋਈ ਹੋਰ ਇੱਕ ਨਵੀਂ ਅਲਾਇੰਸ ਬਣ ਰਹੀ ਹੈ, ਅਤੇ ਹਰ ਚੀਜ਼ ਦੇ ਵਿੱਚ ਬੇਸਿਕਲੀ ਓਪਰਚੁਨਿਟੀਜ਼ਮ ਹੈ ਜਿਹੜਾ ਇੱਥੇ ਭਾਲਿਆ ਜਾ ਰਿਹਾ। ਹਰ ਇੱਕ ਓਪਰਚੁਨਿਟਿਸਟ ਅੱਗੇ ਨਿਕਲਦਾ,
ਤੇ ਉਹ ਤੁਸੀਂ ਕਹਿ ਸਕਦੇ ਹੋ ਕਿ ਲੀਡਰ ਆਫ ਆਪੋਜੀਸ਼ਨ ਰਹਿ ਕੇ ਮਤਲਬ ਆਪਾਂ ਹੁਣ ਲੇਟੈਸਟ ਐਗਜ਼ਾਮਪਲ ਲੈ ਲੈਂਦੇ ਹਾਂ ਸੁਖਪਾਲ ਸਿੰਘ ਖਹਿਰਾ ਦੀ ਹੋਈ ਤੇ ਜਿੰਨਾ ਕੁ ਵੀ ਦਰਦ ਗਾ ਹੁਣ ਇਨ ਸੇਮ ਪਾਰਟੀ ਤੇ ਉਹ ਗੱਲ ਉਹੀ ਆ ਗਈ ਐਗਜ਼ਿਸਟੈਂਸ਼ੀਅਲਿਜ਼ਮ ਤੇ ਸਰਵਾਈਵਲ ਤੇ ਕਰਜ਼ੇਈ ਤੇ ਬਟ ਉਹ ਚੀਜ਼ ਹੈ ਵੀ ਤੁਸੀਂ ਲੋਕਾਂ ਦੇ ਵਿੱਚ ਇੰਨੀ ਉਮੀਦ ਜਗਾ ਰਹੇ ਹੋ ਤੁਸੀਂ ਦੁਬਾਰਾ ਉੱਥੇ ਜਾ ਰਹੇ ਹੋ ਲੋਕ ਨਿਰਾਸ਼ ਹੁੰਦੇ ਆ ਲੋਕ ਇੱਥੇ ਇੱਕ ਸਟੈਂਡ ਲੈਣ ਵਾਲਾ ਬੰਦਾ ਹੋਣਾ ਚਾਹੀਦਾ ਜਿਹਦਾ ਇੱਕ ਸਟੈਂਡ ਹੋਣਾ ਚਾਹੀਦਾ ਇੱਕ ਕਿਰਦਾਰ ਹੋਣਾ ਚਾਹੀਦਾ ਜਿਹੜਾ ਇਹਨਾਂ ਚੀਜ਼ਾਂ ਤੋਂ ਉੱਪਰ ਉੱਠਿਆ ਹੋਵੇ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਗੁਰਬਾਣੀ ਸੇਧ ਦਿੰਦੀ ਆ ਤੇ ਇੱਕ ਤੁਕ ਯਾਦ ਆ ਰਹੀ ਆ ਮੈਨੂੰ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁੱਖ ਸਨੈਰ ਭੈ ਨਹੀਂ ਜਾਕੈ ਕੰਚਨ ਮਾਟੀ ਮਾਨੈ ਤੇ ਜ਼ਰੂਰੀ ਨਹੀਂ ਹੈ ਵੀ ਹੈਪੀਨੈਸ ਹੈ ਜਿਹੜਾ ਉਹ ਸੈਡਨੈਸ ਦਾ ਆਪੋਜ਼ਿਟ ਹੀ ਹੋਵੇ ਹੈਪੀਨੈਸ ਐਕਸੈਪਟੈਂਸ ਵੀ ਆ ਸਕਦੀ ਹੈ ਸਾਨੂੰ ਇਹਨਾਂ ਚੀਜ਼ਾਂ ਨੂੰ ਐਕਸੈਪਟ ਕਰਕੇ ਅੱਗੇ ਕੰਮ ਕਰਨ ਦੀ ਲੋੜ ਹੈ ਹੁਣ ਨੌਜਵਾਨ ਹੈ ਉਹਨਾਂ ਦੇ ਪਰਚੇ ਹੋਏ ਆ ਉਹ ਬੈਰੀਕੇਡ ਪੱਟ ਕੇ ਤੁਰੇ ਸੀਗੇ ਆਪਾਂ ਇਸ ਗੱਲ ਦੇ ਵਿੱਚ ਇੱਕ ਕਿੰਤੂ ਵੀ ਨਹੀਂ ਕਰ ਸਕਦੇ ਕਿ ਜਦੋਂ ਦਿੱਲੀ ਦੇ ਅੰਦਰ ਐਂਟਰ ਹੋਏ ਆ ਜਦੋਂ ਹਰਿਆਣੇ ਤੋਂ ਕ੍ਰੋਸ ਹੋਏ ਆ ਸਾਰੀ ਨੌਜਵਾਨੀ ਸੀ ਬੇਸ਼ੱਕ ਬਜ਼ੁਰਗ ਬਾਬੇ ਨਾਲ ਸੀਗੇ ਬਟ ਉਹਨਾਂ ਨੂੰ ਇੱਕ ਪਿਆਰ ਹੁੰਦਾ ਇੱਕ ਮੋਹ ਹੁੰਦਾ ਇੱਕ ਅਟੈਚਮੈਂਟ ਹੁੰਦੀ ਉਹਨਾਂ ਨੇ ਬਾਬਿਆਂ ਨੂੰ ਇੱਕ ਸਾਈਡ ਲਾਈਨ ਕੀਤਾ ਹੋਇਆ ਸੀਗਾ ਨੌਜਵਾਨੀ ਹਿੱਕਾਂ ਡਾ ਕੇ ਅੱਗੇ ਸੀਗੀ ਤੇ ਉਹ ਨੌਜਵਾਨੀ 70% ਹੈ ਦੇਸ਼ ਦੀ ਉਸ ਨੌਜਵਾਨੀ ਦੀ ਇੱਕ ਵੱਡੀ ਸੇਹ ਹੋਣੀ ਚਾਹੀਦੀ ਹੈ ਹਰ ਚੀਜ਼ ਦੇ ਵਿੱਚ ਜੇ ਉਹ ਨੌਜਵਾਨੀ ਆਪਦਾ ਫਿਊਚਰ ਪਿੱਛੇ ਕਰਕੇ ਸਾਰਾ ਕੁਛ ਦੇ ਰਹੀ ਹੈ ਉਸ ਨੌਜਵਾਨੀ ਨੂੰ ਰੈਸੀਪ੍ਰੋਕੇਸ਼ਨ ਕਿਉਂ ਨਹੀਂ ਮਿਲ ਰਹੀ ਔਰ ਹਰ ਥਾਂ ਤੇ ਘਾਣ ਕੀਤਾ ਜਾ ਰਿਹਾ ਇਸ ਚੀਜ਼ ਦਾ ਤੁਸੀਂ ਇਹ ਸਾਨੂੰ ਅਸੀਂ ਇਹ ਇੱਕ ਬੰਦੇ ਨੂੰ ਨਹੀਂ ਅਸੀਂ ਇਹ ਸਿਸਟਮ ਹੁਣ ਵੀ ਇਲੈਕਸ਼ਨਸ ਨੇ ਪੰਜਾਬ ਦੇ ਵਿੱਚ ਤੁਸੀਂ ਦੇਖ ਲਿਓ ਕੀ ਹੋਊਗਾ ਐਂਡ ਦੇ ਵਿੱਚ ਇਹ ਉਹੀ ਲੋਕ ਨੇ ਜਿਹੜਾ ਆਪਣਾ ਬਾਬਾ ਗਿਆ ਸੀਗਾ ਕਾਲੇ ਪਾਣੀ ਦੇ ਵਿੱਚ ਕਾਲੀ ਦਾੜੀ 'ਚ ਚਿੱਟੀ ਦਾੜੀ ਦੇ ਵਿੱਚ ਆਇਆ ਤੇ ਉਹਦੀ ਜ਼ਮਾਨਤ ਜ਼ਬਤ ਕਰਾਤੀ ਇਹਨਾਂ ਨੇ ਮੈਂ ਆਜ਼ਾਦੀ ਘੁਲਾਟਿਆਂ ਦੀ ਗੱਲ ਕਰ ਰਿਹਾ ਜਿਹੜੀ ਰੋਮ ਸ਼ਰਮੀਲਾ ਧਾਗਾ ਲੈ ਕੇ ਦੰਦ ਸਾਫ਼ ਕਰਦੀ ਰਹੀ ਕਿੰਨੇ ਸਾਲ ਉਹਨੇ ਪੇਸਟ ਵੀ ਨਹੀਂ ਲਾਈ ਇਹੋ ਜਿਹੇ ਵਰਤੇ ਸੀਗੀ ਲੋਕਾਂ ਨੇ ਉਹਦੀ ਜ਼ਮਾਨਤ ਜ਼ਬਤ ਕਰਾਤੀ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਭਗਤ ਸਿੰਘ ਦੇ ਨਾਲ ਹੰਗਰ ਸਟ੍ਰਾਈਕ 'ਤੇ ਸੀਗਾ ਮੈਨੂੰ ਨਾਮ ਲੈਣੇ ਵੀ ਨਾ ਉਹਨਾਂ ਦੇ ਬੇਹੁਰਮਤੀ ਲੱਗਦੀ ਆ ਉਹਨਾਂ ਦੇ ਨਾਮਾਂ ਦੀ ਹੁਣ ਵੀ ਸਾਡੇ 'ਤੇ ਆ ਮਤਲਬ ਮੈਂ ਕਿਸੇ ਇੱਕ ਪਾਰਟੀ ਨੂੰ ਟਾਰਗੇਟ ਨਹੀਂ ਕਰਦਾ ਤੁਸੀਂ ਗੱਲ ਕਰ ਰਹੇ ਹੋ ਭਗਤ ਸਿੰਘ ਦੀ ਤੁਸੀਂ ਉਹ ਵਾਲਾ ਰੰਗ ਬੰਨ੍ਹ ਲਿਆ ਸ਼ਰਾਬ ਤੁਹਾਡੇ ਤੋਂ ਤੁਹਾਡੀ ਛੁੱਟਦੀ ਨਹੀਂ ਤੁਸੀਂ ਸ਼ਰਾਬ ਪੀ ਕੇ ਟੁੰਨ ਹੋਏ ਹੁੰਦੇ ਹੋ ਕਿਤੇ ਇਟਸ ਅਬਾਊਟ ਕਰੈਕਟਰ ਮੇਰੇ ਪ੍ਰੋਫੈਸਰ ਸਾਹਿਬ ਸੀਗੇ ਬਜ਼ੁਰਗ ਸੀ ਉਹਨਾਂ ਨੂੰ ਡਾਕਟਰ ਕਹਿੰਦੇ ਸੀਗੇ ਸਿਹਤ ਲਈ ਚੰਗੀ ਹੁੰਦੀ ਹੈ ਕਦੇ ਕਦਾਈ ਵਾਈਨ ਲੈ ਲਿਆ ਕਰੋ ਉਹ ਕਹਿੰਦੇ ਬੇਟਾ ਮੈਂ ਪ੍ਰੋਫੈਸਰ ਮੇਰੇ ਹੱਥ 'ਚ ਜੇ ਕਿਸੇ ਨੇ ਗਲਾਸ ਦੇਖ ਲਿਆ ਨਾ ਮੇਰਾ ਕਿਰਦਾਰ ਅਲਾਓ ਨਹੀਂ ਕਰਦਾ ਬੇਸ਼ੱਕ ਮੇਰੀ ਸਿਹਤ ਅਲਾਓ ਕਰਦੀ ਆ ਤਾਂ ਇੱਥੇ ਕਰੈਕਟਰ ਜ਼ਿਆਦਾ ਵੱਡੀ ਚੀਜ਼ ਹੈ ਕਿਰਦਾਰ ਜ਼ਿਆਦਾ ਵੱਡੀ ਚੀਜ਼ ਹੈ ਤੁਹਾਡਾ ਸਟੈਂਡ ਹੋਣਾ ਚਾਹੀਦਾ ਬਟ ਦੁੱਖਾਂ 'ਤੇ ਹੈ ਕਿ ਇਹ ਕੁਛ ਵੀ ਨਹੀਂ ਹੋ ਰਿਹਾ ਸਾਨੂੰ ਬਹੁਤ ਹਰ ਥਾਂ 'ਤੇ ਦੁੱਖ ਹੁੰਦਾ ਪਿਆ ਹੁਣ ਮੈਂ ਡੈਜ਼ਰਟੇਸ਼ਨ ਬਣਾ ਰਿਹਾ ਇੱਕ ਮੇਰੀ ਮਾਸਟਰਸ ਕੰਪਲੀਟ ਹੋ ਜਾਣੀ ਹੈ ਉਹਦੇ ਵਿੱਚ ਮੈਂ ਉਹਦਾ ਟੌਪਿਕ ਲਿਆ ਫੈਸਟਰੀਨ ਇੰਡੀਅਨ ਫਾਰਮਰ ਸਾਗਾ ਕਿਸਾਨ ਦੇ ਦੁਖਾਂਤ ਬਾਰੇ ਬਟ ਮੈਂ ਜਾਣਦਾ ਕਿ ਇਸ ਵੇਲੇ ਅਗੇਂਸਟ ਸਿਸਟਮ ਬੋਲਣ ਦੇ ਲਈ ਵੀ ਹੋ ਸਕਦਾ ਮੈਨੂੰ ਉਹਦੀ ਕੋਈ ਕੀਮਤ ਪੇ ਕਰਨੀ ਪੈ ਜਾਵੇ ਕਿਉਂਕਿ ਆਲਰੇਡੀ ਮੈਂ ਕੁਛ ਟੀਚਰਸ ਦਾ ਪ੍ਰੋਫੈਸਰ ਦਾ ਜਿਹੜਾ ਇੰਡੀਫਰੈਂਟ ਐਟੀਟਿਊਡ ਦੇਖ ਰਿਹਾ ਕਿਉਂਕਿ ਇੱਕ ਆਈਡੀਓਲੋਜੀ ਕਰਕੇ ਆ ਤੇ ਮੈਨੂੰ ਨਹੀਂ ਲੱਗਦਾ ਕਿ ਜੇ ਅੱਜ ਮੈਂ ਗੱਲਾਂ ਨੂੰ ਲੁਕੋ ਦੇਵਾਂ ਤਾਂ ਉਹ ਚੰਗਾ ਹੋਊਗਾ ਕਿਉਂਕਿ ਜੇ ਮੈਂ ਆਪਣੇ ਆਪ ਨਾਲ ਹੀ ਜਸਟਿਸ ਨਹੀਂ ਮਹਿਸੂਸ ਕਰ ਪਾ ਰਿਹਾ ਮੈਂ ਕਿਸੇ ਨਾਲ ਕਿੱਥੋਂ ਕਰ ਪਾਊਂਗਾ ਮਤਲਬ ਉਹ ਚੀਜ਼ ਬਹੁਤ ਥਾਵਾਂ 'ਤੇ ਹੈ ਇੱਕ ਤਰੀਕੇ ਨਾਲ ਆਪਾਂ ਉਹਨੂੰ ਟੈਕਨੀਕਲ ਲੀਗਲ ਟਰਮ 'ਚ ਕਿਉਂਕਿ ਮੈਂ ਲਾਅ ਦਾ ਵਿਦਿਆਰਥੀ ਹਾਂ ਐਜੂਕੇਸ਼ਨ ਇਕੁਐਟੀਬਿਲਿਟੀ ਹੁੰਦੀ ਆ ਟੀਚਰ ਦਾ ਟੋਨ ਐਂਡ ਪ੍ਰੈਫਰੈਂਸ ਬੱਚੇ ਦੇ ਉੱਤੇ ਕੀ ਇੰਪੈਕਟ ਪਾ ਰਿਹਾ ਜੋ ਅੱਜ ਦੀ ਡੇਟ ਦੇ ਵਿੱਚ ਹੋ ਰਿਹਾ ਉਹ ਨਹੀਂ ਹੋਣਾ ਚਾਹੀਦਾ ਟੀਚਰ ਲਈ ਸਾਰੇ ਬੱਚੇ ਇੱਕ ਹੋਣੇ ਚਾਹੀਦੇ ਆ ਟੀਚਰ ਬੱਚੇ ਨੂੰ ਸੋਚਣਾ ਨਹੀਂ ਸਿਖਾਉਂਦਾ ਟੀਚਰ ਬੱਚੇ ਨੂੰ ਇਹ ਸਿਖਾਉਂਦਾ ਕਿਵੇਂ ਸੋਚੀਦਾ ਦੋਵਾਂ ਚੀਜ਼ਾਂ 'ਚ ਫਰਕ ਹੈ ਕਿਹੜੀ ਚੀਜ਼ ਹੈ ਫਿਰ ਹਿੰਮਤ ਤੁਸੀਂ ਇੰਨੀ ਕਰਕੇ ਸਾਰਾ ਕੁਝ ਕਰ ਰਹੇ ਹੋ ਕਿਹੜੀ ਚੀਜ਼ ਜਿਹੜੀ ਇੰਨੀ ਹਿੰਮਤ ਦਿੰਦੀ ਹੈ ਤੇ ਆਖਰੀ ਸਵਾਲ ਮੇਰਾ ਇਹੀ ਕਿ ਜਿਹੜੇ ਦੇਖ ਰਹੇ ਹੁਣ ਉਹਨਾਂ ਨੂੰ ਕੀ ਕਹਿੰਦੇ ਹੋ ਆਪਣੇ ਲੋਕਾਂ ਦਾ ਦਰਦ ਦਿੰਦਾ ਹਿੰਮਤ ਕੁਛ ਨਾ ਕੁਛ ਕਿਵੇਂ ਨਾ ਕਿਵੇਂ ਲੱਗੇ ਹੋਏ ਆ ਜਿਹੜੀਆਂ ਮਾਵਾਂ ਨੇ ਪੁੱਤ ਨਹੀਂ ਰਹੇ ਬਜ਼ੁਰਗ ਬਾਬੇ ਬੈਠੇ ਆ ਗਰਮੀ ਆ ਜਾਂ ਉਸ ਤੋਂ ਇਲਾਵਾ ਵੀ ਬਹੁਤ ਸਟਰਗਲਸ ਨੇ
ਵੈਸੇ ਵੀ ਜੂਨ ਦਾ ਮਹੀਨਾ ਚੱਲ ਰਿਹਾ, ਸ਼ਹਾਦਤ ਦਾ ਮਹੀਨਾ। ਬਹੁਤ ਕੁਛ ਇਹੋ ਜਿਹਾ ਸੀਗਾ ਜਿਹੜਾ ਗਲਤ ਤਰੀਕੇ ਦੇ ਨਾਲ ਪੈਨੀਟਰੇਟ ਕਰਕੇ ਅੰਦਰ ਐਂਟਰ ਹੋਇਆ। ਜੋ ਚੀਜ਼ ਕੋਈ ਨਹੀਂ ਵੀ ਚਾਹੁੰਦਾ ਸੀ ਉੱਤੇ ਉਹ ਵੀ ਥੋਪੀ ਗਈ, ਬਾਰ-ਬਾਰ ਹਾਲਾਤ ਖਰਾਬ ਕੀਤੇ ਗਏ। ਤੁਸੀਂ ਦੇਖੋ, ਮੈਂ ਪੋਲੀਟੀਕਲ ਸਾਇੰਸ ਦਾ ਵੀ ਸਟੂਡੈਂਟ ਹਾਂ, ਮੈਂ ਇੰਨਾ ਕੁ ਪੜ੍ਹਿਆ ਆ, ਜੇ ਪੋਲੀਟੀਕਲ ਐਸਪੀਰੇਸ਼ਨਸ ਜਿਹੜੀਆਂ ਨੇ, ਕਾਮਨ ਸੈਂਟੀਮੈਂਟ ਲੋਕਾਂ ਦਾ ਸੈਟਿਸਫਾਈ ਹੋ ਜਾਏ, ਉੱਥੇ ਰਿਵੋਲਟ ਨਹੀਂ ਹੁੰਦਾ। ਇਹ ਚੀਜ਼ਾਂ ਪਰ ਪ੍ਰੋਬਲਮ ਇਹ ਹੈ ਨਾ, ਜੇ ਪੀਸਫੁਲ ਸਟੇਟ ਆ ਗਈ ਤਾਂ ਪੋਲੀਟੀਕਲ ਬਿਜ਼ਨਸ ਕਿਵੇਂ ਚੱਲੂਗਾ। ਆਪਣੇ ਇਹ ਗੱਲ ਕਹਿਣ ਦੇ ਵਿੱਚ ਸਾਨੂੰ ਸ਼ਰਮ ਨਹੀਂ ਆਉਣੀ ਚਾਹੀਦੀ, ਜਿਹੇ ਜਿਹੇ ਲੋਕ ਨੇ ਉਹ ਆਪਣਾ ਉਹੋ ਜਿਹਾ ਹੀ ਨੇਤਾ ਚੁਣਦੇ ਆ। ਲੋਕਾਂ ਨੇ ਥੋੜ੍ਹਾ ਜਿਹਾ ਇਨਕਲਾਬ ਦਿਖਾਉਣਗੇ ਤੇ ਅੱਗੇ ਲੀਡਰਸ ਆਉਣਗੇ। ਇੱਕ ਚੀਜ਼ ਤਾਂ ਹੋਣੀ ਚਾਹੀਦੀ ਹੈ ਸਾਫ਼-ਸਾਫ਼, ਜਿਹੜੀ ਕਿ ਲੋਕਾਂ ਨੂੰ ਲੋੜ ਵੀ ਹੈ, ਪਰ ਲੋਕੀ ਵਿਸ਼ਵਾਸ ਕਰਦੇ, ਹਰ ਵਾਰ ਠੱਗਿਆ ਹੋਇਆ ਮਹਿਸੂਸ ਕਰਦੇ ਆ। ਉਹ ਸਾਡੇ ਲੋਕਾਂ 'ਚ ਵੀ ਕਿਸੇ ਨਾ ਕਿਸੇ ਨੂੰ ਅੱਗੇ ਆਉਣਾ ਚਾਹੀਦਾ। ਹਰ ਕੋਈ ਇਸ ਵੇਲੇ ਜ਼ਿੰਦਗੀ ਦੀ ਕਸ਼ਮਕਸ਼ 'ਚ, ਕਿਉਂਕਿ ਇਹ ਚੀਜ਼ਾਂ ਫਾਈਨਾਂਸ ਲੱਗਦੀਆਂ, ਅਤੇ ਜਿਹੜੇ ਮਿਹਨਤ ਕਰਨ ਵਾਲੇ ਤੁਹਾਡੇ ਮੇਰੇ ਵਰਗੇ ਹੁੰਦੇ ਆ, ਮੱਧ ਵਰਗੀ, ਉਹ ਇੱਕ ਲੈਵਲ 'ਤੇ ਆ ਕੇ ਫਿਰ ਉਹਨਾਂ ਨੂੰ ਸੁਪਨਿਆਂ ਦੇ ਨਾਲ ਸਮਝੌਤਾ ਕਰਨਾ ਪੈਂਦਾ। ਅਤੇ ਜਿਹੜੇ ਐਲੀਟ ਹੁੰਦੇ ਆ ਉਹ ਇੱਕ ਮੋਨੀਟਰੀ ਸ਼ੋਕੇਸ ਕਰਕੇ ਸਾਰਾ ਬਿਜ਼ਨਸ ਜਿਹੜਾ ਉਹ ਰਨ ਕਰ ਲੈਂਦੇ ਆ। ਅਤੇ ਉਹਨਾਂ ਨੂੰ ਜਿਹੜੇ ਫਾਈਨਾਂਸ ਕਰਦੇ ਆ, ਫਿਰ ਉਹਨਾਂ ਦੀ ਖਾਨਾ ਪੂਰਤੀ ਕਰਨ ਦੇ ਲਈ ਉੱਦਾਂ ਦੇ ਲਾਜ਼ ਲਿਆਉਂਦੇ ਆ, ਉੱਦਾਂ ਦੀਆਂ ਪਾਲਿਸੀਜ਼ ਲਿਆਉਂਦੇ ਆ। ਅਤੇ ਇਹ ਦੇਸ਼ ਦਾ ਸਭ ਤੋਂ ਵੱਡਾ ਦੁਖਾਂਤ ਹੈ। ਤੁਸੀਂ ਹੁਣ ਇੱਥੇ ਖੜ੍ਹੇ ਹੋ, ਆ ਚੰਗਰ ਦਾ ਏਰੀਆ ਸਾਰਾ, ਅਤੇ ਇੱਥੇ ਮਤਲਬ ਹਾਈਡਰੋਲੋਜੀਕਲ ਜਿਹੜੇ ਪ੍ਰੋਜੈਕਟਸ ਆ ਉਹ ਚਾਹੀਦੇ ਆ। ਉਸ ਤੋਂ ਇਲਾਵਾ ਅੱਗੇ ਨਹਿਰਾਂ ਆ, ਡਰਿਪ ਇਰੀਗੇਸ਼ਨ ਸਿਸਟਮ ਆਪਾਂ ਕਹਿ ਰਹੇ ਹਾਂ। ਆਪਾਂ ਆਪਣੇ ਇੱਥੇ ਲੋਕਾਂ ਨੂੰ, ਹੁਣ ਤੁਸੀਂ ਐਤਕੀ ਝੋਨੇ ਦਾ ਦੇਖ ਸਕਦੇ ਹੋ ਕੀ ਹਾਲਤ ਕੀਤੀ ਹੈ ਇਹਨਾਂ ਨੇ ਪੰਜਾਬ ਦੀ। ਅਤੇ ਇਹ ਸਾਰੀਆਂ ਜਿਹੜੀਆਂ ਪਾਲਿਸੀਜ਼ ਨੇ, ਜਦੋਂ ਇਹ ਪਿੰਡ ਪਿੰਡ ਦੇ ਵਿੱਚ ਡਿਸਕਸ ਹੋਣ ਲੱਗ ਜਾਣਗੀਆਂ, ਜਦੋਂ ਲੋਕ ਸਵਾਲ ਪੁੱਛਣਗੇ ਅਤੇ ਲੋਕ ਜਾਗਰੂਕ ਹੋਣਗੇ, ਉਹ ਜਾਗਰੂਕਤਾ ਦੀ ਲੋੜ ਆ। ਅਤੇ ਉਸ ਤੋਂ ਬਾਅਦ ਉਹ ਫਿਰ ਯੂਰਪ ਦੀਆਂ ਤੁਸੀਂ ਐਗਜ਼ਾਮਪਲਸ ਲੈ ਸਕਦੇ ਹੋ, ਚੱਕ ਕੇ ਡਸਟਬਿਨ 'ਚ ਸਿੱਟ ਦਿੰਦੇ ਇਹੋ ਜਿਹੇ ਪੋਲੀਟੀਸ਼ੀਅਨਸ ਨੂੰ, ਅਤੇ ਉਹਨਾਂ ਨੂੰ ਇੱਥੇ ਵੀ ਡਸਟਬਿਨ 'ਚ ਹੀ ਸਿੱਟਣਾ ਚਾਹੀਦਾ। ਜਿਹੜਾ ਬੰਦਾ ਥੁੱਕ ਕੇ ਚੱਟ ਰਿਹਾ, ਜਿਹੜਾ ਬੰਦਾ ਲੋਕਾਂ ਦੇ ਕਾਮਨ ਸੈਂਟੀਮੈਂਟ ਦੇ ਨਾਲ ਪਲੇ ਕਰ ਰਿਹਾ, ਉਸ ਬੰਦੇ ਨੂੰ ਚੱਕ ਕੇ ਡਸਟਬਿਨ 'ਚ ਸਿੱਟ ਦਿਓ। ਕਿਉਂਕਿ ਡੈਮੋਕ੍ਰੇਸੀ ਇਜ਼ ਅ ਟੈਂਪਲ, ਐਂਡ ਐਨੀਬਡੀ ਹੂ ਇਜ਼ ਮਿਲਾਈਨਿੰਗ ਦੈਟ ਟੈਂਪਲ, ਹੀ ਸ਼ੁੱਡ ਬੀ ਥਰੋਨ ਆਫ। ਉਹੀ ਕੁਛ ਹੁਣ ਹੋ ਰਿਹਾ। ਦੇਖੋ, ਕੌਨਸਟੀਟਿਊਸ਼ਨ ਦੇ ਵਿੱਚ ਬਹੁਤ ਪ੍ਰੋਵੀਜ਼ਨਸ ਬਣ ਚੁੱਕੀਆਂ, ਪਰ ਉਹਨਾਂ ਦਾ ਮਿਸਯੂਜ਼ ਕਰਨ ਵਾਲੀਆਂ ਚੀਜ਼ਾਂ ਵੀ ਉੱਥੇ ਹੀ ਨੇ। ਤੁਸੀਂ ਡਿਫੈਕਸ਼ਨ ਲਾ ਸਕਦੇ ਹੋ। ਸ਼ਡਿਊਲ 10 ਹੈ ਕੌਨਸਟੀਟਿਊਸ਼ਨ ਦਾ, ਅਮੈਂਡਮੈਂਟਸ ਆਈਆਂ ਕਿੰਨੀਆਂ, ਰੈਜ਼ਰਵੇਸ਼ਨ ਦੀਆਂ ਅਮੈਂਡਮੈਂਟਸ ਆਈਆਂ, ਵੀਮਨ ਦੀਆਂ, ਕੀ ਕੁਛ ਹੋ ਰਿਹਾ ਇੱਥੇ ਐਕਟਿਵ। ਹਾਲੇ ਤੱਕ ਕਿਸੇ 'ਚ ਐਡੀ ਪੋਲੀਟੀਕਲ ਵਿਲ ਪਾਵਰ ਨਹੀਂ ਆਈ ਕਿ ਮੈਂ MP ਅਤੇ MLA ਵਾਸਤੇ 1/3 ਫੀਮੇਲ ਦੀ ਰੈਜ਼ਰਵੇਸ਼ਨ ਕਰ ਦਿੱਤੀ ਜਾਵੇ। ਇੰਡੀਆ ਰੇਪ ਕੈਪੀਟਲ ਬਣ ਚੁੱਕਿਆ ਵਰਲਡ ਦਾ। ਕਿੰਨੀਆਂ ਐਲੀਗੇਸ਼ਨਸ ਨੇ, ਉਹ ਤੋਂ ਬਾਅਦ ਵੀ ਕੀ ਆ, ਅਸੀਂ ਉੱਥੇ ਹੀ ਖੜ੍ਹੇ ਹਾਂ, ਮੁੱਦੇ ਉੱਥੇ ਹੀ ਨੇ। ਬਸ ਇੱਕ ਡਰ ਦਾ ਮਾਹੌਲ ਬਣਾਇਆ ਹੋਇਆ। ਉਹ ਮੁਰਗੇ ਦੀ ਐਗਜ਼ਾਮਪਲ ਦਿੰਦੇ ਸੀ ਨਾ, ਆਈ ਥਿੰਕ ਬੜੀ ਵਾਇਰਲ ਹੋਈ ਹੈ ਪਿੱਛੇ ਜੇ, ਕਿ ਉਹ ਮੁਰਗੇ ਦਾ ਇੱਕ ਖੰਭ ਪੱਟ ਦਿਓ ਅਤੇ ਉਹਦੇ ਵਿੱਚ ਹੀ ਬਿਜ਼ੀ ਰਹੂਗਾ। ਉਹੀ ਕੁਛ ਕੀਤਾ ਜਾ ਰਿਹਾ। ਅਤੇ ਕਿਸੇ ਵੇਲੇ ਲਿਖੀਆਂ ਸੀ ਲਾਈਨਾਂ ਕਿ ਹਰ ਕੋਈ ਜਾਣਦਾ ਸ਼ਹਿਰ ਦਾ ਮੰਜ਼ਰ ਕੀ ਹੈ, ਹਰ ਕੋਈ ਜਾਣਦਾ ਹਿੱਕ 'ਚ ਖੁੱਭਿਆ ਖੰਜਰ ਕੀ ਹੈ, ਪਰ ਬਲੈਲਰਾਂ ਦੀ ਮੰਡੀ ਇਹ ਜ਼ਮਾਨਾ ਹੋ ਗਿਆ, ਜਿਹੜਾ ਵੱਢਿਆ ਜਾਣ ਲੱਗਿਆ ਮੁਰਗਾ ਉਹੀ ਉਹ ਕੂਕਦਾ। ਜਿਨ੍ਹਾਂ ਨੇ ਬੜੀਆਂ ਸੋਹਣੀਆਂ ਲਾਈਨਾਂ ਲਿਖੀਆਂ ਸੀਗੀਆਂ, ਮੈਂ ਉਹਨਾਂ ਸ਼ਖਸੀਅਤਾਂ ਤੋਂ ਵੀ ਡਿਸਅਪੁਆਇੰਟਡ ਹਾਂ। ਹੁਣ ਆਪਾਂ ਬੜੀ ਸੋਹਣੀ ਲਾਈਨ ਪੜ੍ਹਦੇ ਹਾਂ, ਜੇ ਖੁੱਬੀ ਤੇਰੇ ਕਾਲਜੇ ਛੁਰੀ ਨਹੀਂ ਹੈ ਤਾਂ ਇਹ ਨਾ ਸੋਚ ਸ਼ਹਿਰ ਦੀ ਹਾਲਤ ਬੁਰੀ ਨਹੀਂ ਹੈ। ਇਹ ਥੋੜ੍ਹੀ ਇੱਕ ਵਾਰੀ ਲਿਖ ਕੇ ਕਿਤੇ ਲਾਤੀ। ਰਾਈਟਰ ਦਾ ਕਿਰਦਾਰ ਹੁੰਦਾ ਆ ਕੇ ਅੱਗੇ ਬੋਲੇ। ਤੁਹਾਨੂੰ ਲੱਗੇਗਾ ਕਿ ਹਰ ਕਿਸੇ ਨੂੰ ਕ੍ਰਿਟੀਸਾਈਜ਼ ਕੀਤਾ ਜਾ ਰਿਹਾ, ਨਹੀਂ, ਇਹ ਕ੍ਰਿਟੀਸਿਜ਼ਮ ਨਹੀਂ ਹੈ, ਇਹ ਉਮੀਦ ਦਾ ਹੋਕਾ ਆ ਕਿ ਹਾਲੇ ਵੀ ਜੇ ਕਿਤੇ ਮੇਰੇ ਵਾਂਗ ਗੁੰਮਸੁੰਮ ਬੈਠੇ ਹੋ, ਕੋਈ ਵੀ ਬੈਠਾ, ਤੇ ਆ ਕੇ ਇਸ ਵੇਲੇ ਇਕੱਠੇ ਹੋਣ ਦਾ ਵੇਲਾ। ਉਹ ਛੋਟੀ ਜਿਹੀ ਚਿੜੀ ਹੈ, ਉਹ ਚੁੰਝ 'ਚ ਲੈ ਕੇ ਜਾ ਰਹੀ ਹੈ ਪਾਣੀ ਜੰਗਲ ਦੀ ਅੱਗ ਨੂੰ ਬੁਝਾਉਣ। ਉਸੇ ਉਮੀਦ 'ਤੇ ਛੱਡਦੇ ਹਾਂ, ਕੱਲ੍ਹ ਨੂੰ ਜਦੋਂ ਪੇਸ਼ੀ ਪਊਗੀ ਉਹ ਕਹੂਗੀ ਭਾਈ ਮੈਨੂੰ ਨਹੀਂ ਪਤਾ ਅੱਗ ਕਿਹਨੇ ਲਾਈ, ਮੈਂ ਤਾਂ ਬੁਝਾਉਣ ਵਾਲਿਆਂ 'ਚ ਖੜ੍ਹੀ ਸੀ। ਕਈ ਵਾਰ ਹੁੰਦਾ ਹੈ ਕਿ ਰਵੀ ਅੱਖਾਂ ਜ਼ਰੂਰ ਦਿਖਾਇਓ ਕਿ ਅੱਖਾਂ ਬਹੁਤ ਕੁਝ ਬੋਲ ਰਹੀਆਂ ਹੁੰਦੀਆਂ, ਪਰ ਸ਼ਬਦ ਜ਼ੁਬਾਨ 'ਤੇ ਨਹੀਂ ਆ ਪਾਉਂਦੇ। ਹਾਂਜੀ, ਸਭ ਤੋਂ ਸੋਹਣਾ ਜਜ਼ਬਾਤ ਹੁੰਦਾ ਅੱਖਾਂ 'ਚ। ਅੱਖਾਂ 'ਚ ਰੋਸ ਆਉਂਦਾ, ਗੁੱਸਾ ਨਹੀਂ ਕਹਿ ਰਿਹਾ ਮੈਂ, ਰੋਸ ਕਹਿ ਰਿਹਾ। ਗੁੱਸਾ ਕਿਸੇ ਇੱਕ 'ਤੇ ਹੁੰਦਾ, ਰੋਸ ਜਿਹੜਾ ਆ ਉਹ ਸਿਸਟਮ 'ਤੇ ਹੁੰਦਾ, ਸਰਕਮਸਟਾਂਸਿਸ 'ਤੇ ਹੁੰਦੀ ਆ। ਕਿਸੇ ਇੱਕ ਬੰਦੇ ਨਾਲ ਤੁਹਾਡੀ ਨਫ਼ਰਤ ਨਹੀਂ ਹੈ। ਉਹਨਾਂ ਅੱਖਾਂ 'ਚ ਪਾਣੀ ਆਉਂਦਾ, ਹੰਝੂ ਆਉਂਦੇ ਨੇ।
ਕੁਛ ਨਹੀਂ ਹੈ, ਇਹ ਸਿਸਟਮ ਉਮੀਦ ਹੈ ਬਹੁਤ ਬੰਦੇ ਲੱਗੇ ਹੋਏ ਨੇ, ਬਹੁਤ ਕੁਝ ਵਧੀਆ ਹੋ ਰਿਹਾ। ਤੇ ਇਹਨਾਂ ਨੇ ਬੜੇ ਮੈਨੀਪੂਲੇਟਿਵ ਵੇ ਨਾਲ, ਤੁਸੀਂ ਦੇਖੋ ਦਿਸ਼ਾ ਰਵੀ ਸੀ ਕੁੜੀ, ਉਹਨੇ ਕੀ ਕੀਤਾ ਸੀ, ਕੁਝ ਵੀ ਨਹੀਂ, এনवायरमेंटਲੀ ਸੀ ਗੱਡੀ ਖੂਬਸੂਰਤ, ਤੇ ਇਹਨਾਂ ਨੇ ਚੱਕ ਕੇ ਸਾਰਾ ਉਹ ਬਣਾਤਾ, ਕੀ ਦਾ ਕੀ ਬਣਾਤਾ। ਇਹ ਜਿਹੇ ਬੰਦੇ ਨੂੰ ਐਪਰੀਸੀਏਸ਼ਨ ਦੀ ਲੋੜ ਹੁੰਦੀ ਹੈ ਕਿ ਆਹ ਚੀਜ਼ਾਂ ਦੀ ਲੋੜ ਹੁੰਦੀ ਹੈ। ਹੁਣ ਮਲਾਲਾ ਯੂਸਫਜ਼ਈ ਹੈ, ਕੈਲਾਸ਼ ਸਤਿਆਰਥੀ ਜੀ ਨੇ ਨੋਬਲ ਪੀਸ ਪ੍ਰਾਈਜ਼ ਵਿਨਰ ਸੀਗੇ, ਤੇ ਉਹ ਇੱਕ ਲੀਗੇਸੀ ਛੱਡ ਗਏ ਇੰਡੀਆ ਦੇ ਵਿੱਚ। ਮਲਾਲਾ ਛੱਡ ਗਈ ਪਾਕਿਸਤਾਨ ਦੇ ਵਿੱਚ ਵੀ, ਦੀਜ਼ ਆਰ ਥਰਡ ਵਰਲਡ ਕੰਟਰੀਜ਼। ਤੇ ਉਹ ਪੈੜਾਂ ਤੇ ਤੁਰਨ ਦਾ ਵੇਲਾ ਸੀ ਕਿ ਆਹ ਚੀਜ਼ਾਂ ਕਰਨ ਦਾ ਵੇਲਾ ਸੀ। ਉਸੇ ਤਰੀਕੇ ਦੇ ਨਾਲ ਉਹਨਾਂ ਨੇ ਇੱਕ ਐਂਗਲ ਤੇ ਲਾਈਟ ਮਾਰੀ ਵੀ ਚਿਲਡਰਨ ਜਿਹੜੇ ਨੇ ਬਹੁਤ ਵਲਨਰੇਬਲ ਸਿਚੁਏਸ਼ਨ ਦੇ ਵਿੱਚ ਨੇ, ਕਾਰਪੇਟ ਇੰਡਸਟਰੀ 'ਚ ਉੱਥੇ ਕੀ ਹਾਲ ਸੀਗਾ ਬੱਚਿਆਂ ਦਾ ਹੋਰ ਥਾਂ ਤੇ। ਤੇ ਉਸੇ ਤਰੀਕੇ ਨਾਲ ਤੁਸੀਂ ਹੁਣ ਇੱਥੇ ਮਾਈਨੋਰਿਟੀਜ਼ ਦੀ ਹਾਲਤ ਦੇਖ ਸਕਦੇ ਹੋ, ਫਾਰਮਰਸ ਦੀ ਹਾਲਤ ਦੇਖ ਸਕਦੇ ਹੋ ਤੁਸੀਂ। ਸਭ ਨੂੰ ਪਤਾ ਆ, ਸਭ ਕੁਝ ਪਤਾ ਆ। ਤੇ ਥੋੜ੍ਹੇ ਦਿਨ ਪਹਿਲਾਂ ਹੀ ਮਤਲਬ ਮੈਂ ਜਿਵੇਂ ਡੈਜ਼ਰਟੇਸ਼ਨ ਰਿਸਰਚ ਪ੍ਰੋਜੈਕਟ ਕਰ ਰਿਹਾ, ਤੇ ਮੇਰੀ ਭਗਤ ਸਿੰਘ ਜੀ ਦੀ ਭਾਣਜੀ ਦੇ ਨਾਲ ਵੀ ਗੱਲ ਹੋਈ। ਤੇ ਉਹ ਮਾਤਾ ਜੀ ਮੈਨੂੰ ਕਹਿੰਦੇ, ਮੈਂ ਉਹਨਾਂ ਨੂੰ ਸਵਾਲ ਕਰ ਰਿਹਾ ਸੀ, ਮੈਂ ਕਿਹਾ ਵੀ ਜੇ ਭਗਤ ਸਿੰਘ ਅੱਜ ਹੁੰਦਾ ਕੀ ਕਰਦਾ? ਕਹਿੰਦੇ ਪੁੱਤ ਮੈਨੂੰ ਇਹ ਲੱਗਦਾ ਮੈਂ ਸਭ ਤੋਂ ਪਹਿਲਾਂ ਸਵਾਲ ਪੁੱਛਦਾ ਵੀ ਜਿਹੜੇ ਮੇਰੇ ਲੋਕ ਇੱਥੇ ਸੜਕਾਂ 'ਤੇ ਰੋਲ ਤੇ ਮੈਂ ਨਾਲ ਹੀ ਫਾਹੇ ਚੜਿਆ ਸੀ, ਤੇ ਉਹ ਇਹ ਚੀਜ਼ ਬਰਦਾਸ਼ਤ ਨਾ ਕਰ ਪਾਉਂਦਾ, ਕਿਉਂਕਿ ਉਹਨਾਂ ਦੀਆਂ ਰਗਾਂ 'ਚ ਉਹੀ ਲਹੂ ਕਿਤੇ ਨਾ ਕਿਤੇ। ਤੇ ਉਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਕਿ ਤੁਸੀਂ 26 ਜਨਵਰੀ ਵਾਲਾ ਐਪੀਸੋਡ ਦੇਖ ਸਕਦੇ ਹੋ ਵੀ ਕੁਛ ਬੰਦੇ ਜਿਹੜੇ ਮੂਵਮੈਂਟ ਨੂੰ ਇੱਕ ਤਰੀਕੇ ਨਾਲ ਕੰਪਾਰਟਮੈਂਟਲਾਈਜ਼ ਕਰਨ ਦੇ ਲਈ ਖੜੇ ਸੀਗੇ, ਤੇ ਉਹਨਾਂ ਨੇ ਜੋ ਕਰਨਾ ਸੀ ਆਪਦਾ ਪਰਪਸ ਕਰਤਾ। ਤੇ ਉਹ ਚੀਜ਼ ਤੋਂ ਬਾਅਦ ਫਿਰ ਇੱਕ ਕਮਿਊਨਿਟੀ ਨੂੰ ਸ਼ੱਕ ਦੇ ਦਾਇਰੇ ਵਿੱਚ ਦੇਖਣ ਲੱਗ ਗਿਆ, ਵੱਟੇ ਤੱਕ ਪਏ। ਮਤਲਬ ਇੰਨਾ ਸੌਖਾ ਹੈ ਟਰਸਟ ਕਿਸੇ ਦਾ ਤੋੜਨਾ, ਇੱਕ ਵੀਡੀਓ ਤੋੜ ਦੂਗੀ। ਇੱਕ ਵੀਡੀਓ ਦਿਖਾਓਗੇ ਤੇ ਜਿਹੜਾ ਬੰਦਾ ਤੁਹਾਡੇ ਲਈ ਲੰਗਰ ਲਾ ਰਿਹਾ, ਉਹ ਆਕਸੀਜਨ ਵੰਡ ਰਿਹਾ, ਉਹ ਤੋਂ ਬਾਅਦ ਉਹਨੂੰ ਹਰ ਵਾਰੀ ਆਪਣਾ ਸਬੂਤ ਦੇਣਾ ਪਊਗਾ। ਇਹੋ ਜਿਹਾ ਉਹਨੇ ਕਿਹੜਾ ਗੁਨਾਹ ਕੀਤਾ? ਸਬੂਤ ਜਿਹੜੇ ਸਾਜ਼ਿਸ਼ਾਂ ਕਰ ਰਹੇ ਨੇ ਉਹੀ ਮੰਗ ਰਹੇ ਨੇ। ਲੋਕ ਤਾਂ ਭੋਲੇ ਨੇ। ਕਦੇ ਸੋਚਿਆ ਸੀਗਾ ਵੀ, ਕਦੇ ਨਹੀਂ ਸੀ ਸੋਚਿਆ ਵੀ ਇੰਨਾ ਜ਼ਿਆਦਾ ਪਿਆਰ ਵਧੂਗਾ ਦੁਬਾਰਾ ਹਰਿਆਣੇ ਦਾ ਤੇ ਪੰਜਾਬ ਦਾ, ਕਿਉਂਕਿ ਜਿਹੜੀ ਮਾਸ ਲਿੰਚਿੰਗ ਹੋਈ ਹੈ, ਜਿਹੜੇ ਬੇਸਿਕਲੀ ਐਥਨਿਕ ਕਲੀਨਜਿੰਗ ਹੋਈ ਹੈ ਸਿੱਖਾਂ ਦੀ 84 ਦੇ ਵਿੱਚ, ਤੇ ਉਹ ਚੀਜ਼ ਨੇ ਹਰਿਆਣੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਈ ਥਾਵਾਂ ਤੇ ਮਤਲਬ ਜਿਹੜਾ ਹੇਟਰੇਡ ਹੈ ਸਪਰੈਡ ਹੋਇਆ ਉਹ। ਤੇ ਉਸ ਤੋਂ ਬਾਅਦ ਹੁਣ ਇੱਕ ਪਿਆਰ ਆ ਰਿਹਾ ਜਿਹੜਾ, ਤੇ ਉਹ ਅਲੱਗ ਤੋਂ ਮਤਲਬ ਵੀ, ਕਿਉਂਕਿ ਕਈ ਹੁਣ ਸਿੱਖ ਰਿਲੀਜੀਅਸ ਇੰਸਟੀਟਿਊਸ਼ਨਸ ਨੇ ਜਿਹੜੀਆਂ ਉਹ ਤੰਬਾਕੂ ਦੀ ਇਜਾਜ਼ਤ ਨਹੀਂ ਦਿੰਦੀਆਂ, ਤੇ ਹੁੱਕਾ ਹਰਿਆਣੇ ਦੇ ਉਹਨਾਂ ਲੋਕਾਂ ਦੇ ਲਈ 3 ਦੇਵਤਿਆਂ ਦੇ ਵਾਸ ਵਾਲੀ ਚੀਜ਼ ਹੈ, ਉਹਨਾਂ ਦੇ ਲਈ ਉਹ ਸਪਿਰਿਚੁਅਲ ਚੀਜ਼ ਹੈ। ਬਟ ਫਿਰ ਵੀ ਉਹ ਕਿਵੇਂ ਇਕੱਠੇ ਵਸ ਰਹੇ ਆ, ਰਹਿ ਰਹੇ ਆ। ਮਤਲਬ ਟੋਲਰੈਂਸ ਹੈ ਜਿਹੜੀ ਸਰਕਾਰ ਨੂੰ ਟੋਲਰੈਂਸ ਖਾਣੀ ਚਾਹੀਦੀ ਸੀ। ਸਾਰੀਆਂ ਚੀਜ਼ਾਂ ਤੋਂ ਇੱਕ ਉਮੀਦ ਵੀ ਬਣਦੀ, ਕਿਉਂਕਿ ਜਦੋਂ ਸਿਸਟਮ ਨਿਰਾਸ਼ ਕਰਦਾ ਹੈ ਤਾਂ ਚੰਗੀਆਂ ਤਸਵੀਰਾਂ ਮਨ ਨੂੰ ਤਸੱਲੀ ਦਿੰਦੀਆਂ ਨੇ ਕਿ ਹਾਂ ਭਾਈ ਉਮੀਦ ਜਾਗਦੀ ਹੈ। ਆਖਿਰ 'ਚ 1-2 ਲਾਈਨਾਂ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਤੁਹਾਨੂੰ ਲੋਕ ਦੇਖ ਰਹੇ ਹੋਣ ਕਿ ਭਾਈ ਅੱਖਾਂ ਸਾਹਮਣੇ ਅਸੀਂ ਜੀ ਵੀ ਗਵਾ ਰਹੇ ਹਾਂ, ਆਪਣੇ ਹੱਥਾਂ ਦੇ ਵਿੱਚ ਜੀ ਸਾਡੇ ਜਾ ਰਹੇ ਨੇ, ਤੇ ਉਮੀਦ ਕਿਹੜੀ ਚੀਜ਼ ਤੋਂ? ਉਮੀਦ ਇਹ ਹੈ ਕਿ ਜਿਹੜੇ ਚਲੇ ਗਏ ਆ ਉਹਨਾਂ ਦੀ ਲੀਗੇਸੀ ਤਾਂ ਅੱਗੇ ਕੈਰੀ ਔਨ ਕਰਨੀ ਹੈ ਨਾ, ਕੁਛ ਨਾ ਕੁਛ ਇੱਦਾਂ ਨਹੀਂ ਬਹਿ ਸਕਦੇ। ਤੇ ਤੁਸੀਂ ਦੇਖੋ ਅਮਰੀਕਨ ਮੈਰੀਨਸ ਨੂੰ ਜਦੋਂ ਟ੍ਰੇਨਿੰਗ ਦਿੰਦੇ ਆ ਨਾ, ਉਹਨਾਂ ਨੂੰ ਕਹਿੰਦੇ ਫਿਜ਼ੀਕਲ ਡੈਥ ਇਜ਼ ਦਾ ਓਨਲੀ ਵੇ, ਜਿੱਥੇ ਤੁਸੀਂ ਹਾਰ ਗਏ। ਸੋ ਜਦ ਤੱਕ ਜੀਂਦੇ ਆ, ਸਾਹ ਰਹੇ ਆ, ਹਰ ਥਾਂ ਤੇ ਕੋਈ ਨਾ ਕੋਈ ਕੁਛ ਨਾ ਕੁਛ ਕਰਨ ਦਾ ਸਕੋਪ ਤਾਂ ਹੈਗਾ। ਇੱਕ ਨੈਵਰ ਡਾਈ ਐਟੀਟਿਊਡ ਆ, ਇੱਕ ਵਿਲ ਪਾਵਰ ਆ। ਹਾਂ ਬਹੁਤ ਔਖਾ ਆ। ਅੱਜ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਕਈ ਵਾਰ ਉੱਠਣ ਤੇ ਦਿਲ ਨਹੀਂ ਕਰਦਾ, ਆਲੇ ਦੁਆਲੇ ਸਿਰਫ ਹਨੇਰਾ ਦਿਖਦਾ, ਕੁਛ ਨਹੀਂ ਦਿਖਦਾ ਹੋਰ, ਸਮਝ ਨਹੀਂ ਆਉਂਦਾ ਵੀ ਕਿਹਦੇ ਉੱਤੇ ਟਰਸਟ। ਇੱਕ ਪੈਰਾਨੋਈਆ ਦੀ ਸਿਚੁਏਸ਼ਨ ਕ੍ਰੀਏਟ ਹੋ ਚੁੱਕੀ ਆ, ਪਰ ਉਹਦੇ ਬਾਵਜੂਦ ਲੜਨਾ ਤਾਂ ਨਹੀਂ ਨਾ ਛੱਡ ਸਕਦੇ। ਬਿਲਕੁਲ ਲੜਨਾ ਨਹੀਂ ਛੱਡ ਸਕਦੇ। ਲੜਨ ਵਾਲਿਆਂ ਦੀ ਜਿੱਤ ਹੁੰਦੀ ਹੈ ਜਿਹੜੇ ਸੱਚੀ ਨੀਤ ਨਾਲ ਚੱਲਦੇ ਨੇ। ਬਹੁਤ ਬਹੁਤ ਧੰਨਵਾਦ ਬਾਈ, ਤੁਸੀਂ ਗੱਲਬਾਤ ਕੀਤੀ। ਧੰਨਵਾਦ ਜੀ। ਸੋ ਗੁਰਮੋਹਨ ਨੇ ਗੱਲਬਾਤ ਕੀਤੀ ਵੀ ਇਸ 4 ਚੁਫੇਰੇ ਨੂੰ, ਇਸ ਘੁੱਪ ਹਨੇਰੇ ਨੂੰ ਕੋਸਣ ਤੋਂ ਚੰਗਾ ਇੱਕ ਦੀਪ ਜਗਾ ਦੇਵਾਂ। ਗੁਰਮੋਹਨ ਦੀਪ ਜਗਾਉਣ ਦਾ ਕੰਮ ਕਰ ਰਹੇ ਨੇ। ਉਮੀਦ ਕਰਦੇ ਹਾਂ ਕਿ ਇੱਕ ਦਿਨ ਵੱਡਾ ਕਾਫਲਾ ਹੋਏਗਾ ਉਮੀਦ ਜਗਾਉਣ ਵਾਲਾ, ਤੇ ਜਿਸ ਤਰੀਕੇ ਦਾ ਆਲਮ ਹੈ ਨਿਰਾਸ਼ਾ ਦਾ, ਇਹਨੂੰ ਅਸੀਂ ਚੀਰਦੇ ਹੋਏ ਵਾਪਸ ਖੁਸ਼ਹਾਲੀ ਵੱਲ ਨੂੰ ਵਧਾਂਗੇ। ਆਪਣੇ ਸਹਿਯੋਗੀ ਰਵੀ ਸ਼ੰਕਰ ਦੇ ਨਾਲ ਕਰਨ ਸ਼ਰਮਾ, ਅੱਖਰ ਦੇ ਲਈ।